संत की रहत सुनो मेरे पाई, उहाँ की महिमा कथन न जाई। संत की रहत सुनो मेरे पाई, उहाँ की महिमा कथन न जाई। परम सन्मानी योग जुगो जुग अटल चवर छत्र तखत दे मालिक, धन धन आदि साहिब श्री गुरु ग्रंथ साहिब महाराज जी दी पावन पवित्र हजूरी अंदर जुड़ बैठे सर्वत्र माई भाई बहुत वड्डिया भागां वाले हो, जिन्हां उत्ते सतगुरु सच्चे पातशाह जी ने कनेरी नज़र करके इस संसारिक पदार्थवादी माहौल विचों सत संगत दियां अमूलक घड़ियां बख्शिश करके निवाजिया है। गुरुद्वारा राड़ा साहब जरग विखे श्रीमान संत बाबा ईश्वर सिंह जी राड़ा साहब वालियां दी मिठी प्यारी याद जो समुचे संसार विश्व दे अंदर गुरमुख प्यारे शरधा भावना नाल मना रहे हैं, उस लड़ी दे तहत सत्कारयोग श्रीमान संत बाबा भुपिंदर सिंह जी तिन्हां वालों आप समूह साध संगत के सहयोग नाल हर साल की तरह इस पावन पवित्र स्थान ते महापुरखों की मिठी प्यारी याद के अंदर आपां सारिआं नूं जुड़न वास्ते प्रेरणा की है। सतगुरु गुरु ग्रंथ साहब महाराज जी की पावन बाणी के अंदर संत दी साधु दी गुरमुख दी गुरसिख दी परिभाषा भी बयान की है और साध संगत वड्याई भी की है। गुरु ग्रंथ साहब महाराज जी की बाणी ने इस गल का जिक्र किया कि वड्डे वड्डे राजे रियासतां दे मालक, वड्डे वड्डे किलियां दे मालक संसार तो विनस जाते ने और साध संगत उन्हां दीयां यादां भी नाल ही मिट जांदियां ने। राजे रैयत सिकदार कोई ना रहसियो, हट पट्टन बाजार हुक्मी टैसियो। वड्डे वड्डे बादशाह राणा राओ न को रह, रंग न तुंग फकीर। वड्डे वड्डे बादशाह इस धरती उत्ते सिकदारी करने वाले लोग चले गए। साध संगत उन्हां दे मरण तो बाद उन्हां दीयां यादां भी नाम भी सहजे सहजे धरती तो खत्म हो गया। पर गुरु ग्रंथ साहब महाराज की बाणी ने जिक्र किया, भाई संत इस धरती ते सदीवी रहिंदा है, वो शरीर करके चलिया भी जाता है पर सदियां तक उहदा नाम धरती उत्ते रह जाता है, क्योंकि चार हस्तियां ने जिन्हां दा नाम बरकरार है। एक अकाल पुरख वाहिगुरु, उन्होंने कोई भावें राम कवे, अल्लाह कवे, वाहिगुरु कवे, गोविंद गोपाल बीठल नारायण। एक अकाल पुरख वाहिगुरु जी की हस्ती मौजूद है तो दूजा अकाल पुरख का नाम धरती ते रहिंदा है। तीजा अकाल पुरख तो वरसाए हुए अकाल पुरख का रूप सतगुरु इस धरती ते रहिंदा है।
ਤੇ ਚੌਥਾ ਪਾਤਸ਼ਾਹ ਨੇ ਜ਼ਿਕਰ ਕੀਤਾ, ਅਕਾਲ ਪੁਰਖ ਦਾ ਨਾਮ ਜਪਣ ਵਾਲਾ ਸੰਤ ਸਾਧੂ ਵੀ ਇਸ ਧਰਤੀ ਤੇ ਰਹਿੰਦਾ। ਸ਼ਲੋਕ ਤੁਹਾਨੂੰ ਯਾਦ ਹੈ, ਜਿੱਥੇ ਮਹਾਰਾਜ ਕਹਿੰਦੇ ਨੇ ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਕਹੋ ਨਾਨਕ ਜਗਤ ਮੈਂ ਕਿਨ ਜਪਿਓ ਗੁਰਮੰਤ। ਸੰਤ ਸਰੀਰ ਕਰਕੇ ਉਮਰ ਬਤੀਤ ਕਰਕੇ ਚਲੇ ਜਾਂਦੇ ਨੇ, ਪਰ ਸਦੀਆਂ ਤੱਕ ਉਹਨਾਂ ਦਾ ਨਾਮ ਰਹਿੰਦਾ ਹੈ। ਸਾਧ ਸੰਗਤ ਤੋਂ ਕਿਉਂ? ਉਸ ਸਰੀਰਧਾਰੀ ਸੰਤ ਦੇ ਮੁਕਾਬਲੇ ਅਰਬਾਂ ਖਰਬਾਂ ਦੀ ਜਾਇਦਾਦ ਦੇ ਮਾਲਕ ਲੋਕ ਧਰਤੀ ਤੇ ਰਹਿੰਦੇ ਨੇ, ਉਹਨਾਂ ਦਾ ਨਾਮ ਕਿਉਂ ਨਹੀਂ ਰਹਿੰਦਾ? ਸਾਧੂ ਦੇ ਕੋਲ ਸਿਰਫ ਕੁੱਲੀ ਹੋਵੇ ਰਹਿਣ ਵਾਸਤੇ, ਉਹਦਾ ਨਾਮ ਤਾਂ ਵੀ ਬਰਕਰਾਰ ਰਹਿ ਜਾਂਦਾ ਹੈ। ਜਿਨ੍ਹਾਂ ਕੋਲ ਵੱਡੇ ਵੱਡੇ ਕਿਲੇ ਸਨ, ਉਹਨਾਂ ਦਾ ਨਾਮ ਬਿਨਸ ਜਾਂਦਾ ਹੈ। ਕੁਝ ਸਾਲਾਂ ਬਾਅਦ ਲੋਕ ਭੁੱਲ ਜਾਂਦੇ ਨੇ। ਤੁਹਾਡੀ ਜ਼ਿੰਦਗੀ ਦਾ ਤਜਰਬਾ ਰਹੇਗਾ, ਅਰਬਾਂ ਦੀ ਜਾਇਦਾਦ ਛੱਡ ਕੇ ਮਰਨ ਵਾਲੇ ਲੋਕ, ਸਾਧ ਸੰਗਤ ਵੱਧ ਤੋਂ ਵੱਧ ਪੁੱਤਰ ਪਿਓ ਨੂੰ ਯਾਦ ਕਰਦਾ ਕਿ ਮੇਰੇ ਪਿਓ ਨੇ 40 ਕਿੱਲੇ ਜ਼ਮੀਨ ਦੇ ਬਣਾਏ, ਆਹ ਸਭ ਕੁਝ ਮੇਰੇ ਪਿਓ ਦਾ ਬਣਿਆ ਹੋਇਆ, ਇੰਨੇ ਟਰੱਕ ਮੇਰੇ ਪਿਓ ਦੇ। ਪਰ ਮਾਫ ਕਰਿਓ, ਮਰਨ ਤੋਂ ਬਾਅਦ ਜਿੰਨੀ ਦੇਰ ਪੁੱਤਰ ਜਿਉਂਦਾ ਹੈ, ਸ਼ਾਇਦ ਉਹਦੀ ਵੱਡੀ ਤਸਵੀਰ ਕਿਸੇ ਡਰਾਇੰਗ ਰੂਮ ਜਾਂ ਲੌਬੀ ਵਿੱਚ ਲੱਗੀ ਰਹੇ। ਇਹ ਸੱਚ ਹੈ, ਪੁੱਤਰ ਦੇ ਜਾਣ ਤੋਂ ਬਾਅਦ ਪੋਤਿਆਂ ਦਾ ਜ਼ਮਾਨਾ ਆਉਂਦਾ, ਤਸਵੀਰਾਂ ਪਿਛਲੇ ਕਮਰਿਆਂ ਵਿੱਚ ਚਲੀਆਂ ਜਾਂਦੀਆਂ, ਨਾਮ ਮਿਟ ਜਾਂਦੇ ਨੇ। ਸਾਧੂ ਦਾ ਨਾਮ ਰਹਿੰਦਾ ਕਿਉਂ? ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਜ਼ਿਕਰ ਕੀਤਾ, ਸੰਤ ਕੀ ਰਹਿਤ ਸੁਣੋ ਮੇਰੇ ਭਾਈ, ਉਹਾਂ ਕੀ ਮਹਿਮਾ ਕਥਨ ਨਾ ਜਾਈ। ਸਾਧੂ ਦਾ ਨਾਮ ਕਿਉਂ ਸਦੀਵੀ ਰਹਿੰਦਾ ਹੈ? ਪਾਤਸ਼ਾਹ ਕਹਿੰਦੇ ਭਾਈ, ਉਹ ਸਰੀਰਧਾਰੀ ਸੰਤ ਦਾ ਲਾਈਫ ਸਟਾਈਲ, ਉਹਦੇ ਜੀਵਨ ਦਾ ਜਿਉਣ ਦਾ ਤਰੀਕਾ ਸੰਸਾਰ ਨਾਲੋਂ ਬਿਲਕੁਲ ਅਲੱਗ ਹੈ। ਸਰੀਰ ਪੰਜ ਭੂਤਕ ਹੋ ਸਕਦਾ ਹੈ, ਸਰੀਰ ਦੀ ਉਪਜ ਕਿਸੇ ਮਾਤਾ ਪਿਤਾ ਤੋਂ ਕਿਸੇ ਪਿੰਡ ਵਿੱਚ ਹੋ ਸਕਦੀ ਹੈ, ਪਰ ਉਹ ਸਰੀਰਧਾਰੀ ਸੰਤ ਦੀ ਸੰਸਾਰ ਨਾਲੋਂ ਰਹਿਤ ਅਲੱਗ ਹੈ। ਉਹਦੀ ਰਹਿਣੀ, ਸੰਸਾਰ ਵਿੱਚ ਵਿਚਰਨਾ, ਦੁਨੀਆ ਦੇ ਆਮ ਲੋਕ ਤੇ ਸੰਤ ਦਾ ਜ਼ਮੀਨ ਅਸਮਾਨ ਦਾ ਫਰਕ ਹੈ। ਇਹ ਸ਼ਬਦ ਮੈਂ 2 ਸਾਲ ਪਹਿਲਾਂ ਵੀ ਇੱਥੇ ਸੁਣਾਇਆ ਸੀ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਆਸਾ ਰਾਗ ਅੰਦਰ ਸ਼ਬਦ ਹੈ, ਆਸਾ ਮਹੱਲਾ 5ਵਾਂ। ਸ਼ਬਦ ਦੀ ਸ਼ੁਰੂਆਤ ਹੁੰਦੀ ਹੈ, 8 ਪਹਿਰ ਨਿਕਟ ਕਰ ਜਾਂਦੇ, ਪ੍ਰਭ ਕਾ ਕੀਆ ਮਿੱਠਾ ਮੰਨੈ, ਏਕ ਨਾਮ ਸੰਤਨ ਆਧਾਰ, ਹੋਏ ਰਹੇ ਸਭ ਕੀ ਪੱਗ ਛਾਰ। ਇਹ ਸੰਤ ਦੀ ਰਹਿਤ ਹੈ, ਉਹਦਾ ਜੀਵਨ ਨਾਮ ਹੈ। ਸੰਸਾਰ ਵਿੱਚ ਆਮ ਬੰਦਾ ਕਿਵੇਂ ਜਿਉਂਦਾ ਹੈ ਤੇ ਸੰਤ ਦੀ ਜੀਵਨ ਸ਼ੈਲੀ ਕਿਹੋ ਜਿਹੀ ਹੈ? ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਹਾ, 8 ਪਹਿਰ 24 ਘੰਟੇ 24 ਆਵਰ। ਸੰਤ ਆਪਣੇ ਜੀਵਨ ਵਿੱਚ ਇਸ ਗੱਲ ਦਾ ਅਭਿਆਸ ਪਕਾਉਂਦਾ ਹੈ ਕਿ ਰੱਬ ਮੇਰੇ ਨੇੜੇ ਹੈ, ਰੱਬ ਮੈਨੂੰ ਵੇਖ ਰਿਹਾ ਹੈ, ਰੱਬ ਮੇਰੇ ਨਜ਼ਦੀਕ ਹੈ। ਸਾਧ ਸੰਗਤ ਤੋਂ ਸਰੀਰਧਾਰੀ ਸੰਤ ਦਾ ਅਭਿਆਸ ਇੰਨਾ ਕੁ ਪੱਕ ਜਾਂਦਾ ਹੈ, 10-20 ਸਾਲਾਂ ਵਿੱਚ ਉਹ ਅਭਿਆਸ ਜਦੋਂ ਬਿਲਕੁਲ ਪੱਕ ਜਾਏ, ਪਹਿਲਾਂ ਸੰਤ ਇਸ ਗੱਲ ਦਾ ਅਭਿਆਸ ਕਰਦਾ ਕਿ ਸੰਤ ਮੇਰੇ ਅਕਾਲ ਪੁਰਖ, ਰੱਬ ਮੇਰੇ ਨੇੜੇ ਹੈ, ਰੱਬ ਮੇਰੇ ਨਜ਼ਦੀਕ ਹੈ, ਰੱਬ ਮੈਨੂੰ ਵੇਖ ਰਿਹਾ ਹੈ। ਜਦੋਂ ਅਭਿਆਸ 24 ਘੰਟੇ ਪੱਕ ਜਾਏ, ਇੱਕ ਦਿਨ ਸੰਤ ਦੇ ਜੀਵਨ ਵਿੱਚ ਅਚਾਨਕ ਘਟਨਾ ਘਟਦੀ ਹੈ। ਪਹਿਲਾਂ ਅਭਿਆਸ ਕਰਦਾ ਰੱਬ ਮੈਨੂੰ ਵੇਖ ਰਿਹਾ ਹੈ, ਫਿਰ ਸਰੀਰਧਾਰੀ ਸੰਤ ਖੁਦ ਰੱਬ ਨੂੰ ਵੇਖ ਲੈਂਦਾ। ਜਿੱਦਣ ਉਹ ਰੱਬ ਨੂੰ ਵੇਖ ਲੈਂਦਾ, ਉਸ ਦਿਨ ਤੋਂ ਬਾਅਦ ਉਹ ਖੁਦ ਰੱਬ ਹੋ ਜਾਂਦਾ ਹੈ। ਹੁਣ ਆਹ ਗੱਲ ਸਾਧ ਸੰਗਤ ਲਾਈਵ ਤੇ ਕਹੀਏ, ਅੱਜ ਕੱਲ੍ਹ ਹੁਣੇ ਗੁਰਮੁਖ ਪਿਆਰੇ ਮਹਾਂਪੁਰਸ਼ ਬਚਨ ਕਰ ਰਹੇ ਸੀ ਬੈਠਿਆਂ, ਹੁਣ ਦੇ ਜ਼ਮਾਨੇ ਵਿੱਚ ਕਥਾ ਕਰਨੀ ਬਹੁਤ ਔਖੀ ਹੋ ਗਈ। ਕਿਉਂ? ਸਾਧ ਸੰਗਤ ਸੰਤ ਸ਼ਬਦ ਰਸਨਾ ਤੋਂ ਨਿਕਲਦਾ, ਲੋਕ ਕੰਨ ਖੜੇ ਕਰ ਲੈਂਦੇ ਨੇ, ਉਹਦੇ ਉੱਤੇ ਤਰਕ ਪੈਦਾ ਹੁੰਦੇ ਨੇ। ਇਹ ਸਿੱਖ ਕੌਮ ਦੀ ਬਦਕਿਸਮਤੀ ਹੈ। ਗਿਆਨ ਹੋਣਾ ਚਾਹੀਦਾ ਸੀ, ਪਰ ਗਿਆਨ ਦੇ ਨਾਲ ਨਾਲ ਇੰਨਾ ਤਰਕ ਨਹੀਂ ਸੀ ਹੋਣਾ ਚਾਹੀਦਾ। ਅਸੀਂ ਹਰ ਗੱਲ ਉੱਤੇ ਤਰਕ ਕਰਨ ਲੱਗ। ਮੈਂ ਇੱਕ ਦਿਨ ਦਰਬਾਰ ਸਾਹਿਬ ਤੋਂ ਹੀ ਲਾਈਵ ਇਹ ਕਥਾ ਕਹੀ, ਇਹ ਗੱਲ ਸੱਚ ਹੈ। ਸਾਧ ਸੰਗਤ, ਦੁਨੀਆ ਵਿੱਚ ਨਕਲੀ ਸੋਨਾ ਨਜ਼ਰ ਆਉਂਦਾ ਹੈ, ਬਾਜ਼ਾਰਾਂ ਵਿੱਚ ਵਿਕਦਾ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ।
ਆਰਟੀਫੀਸ਼ੀਅਲ ਗਹਿਣੇ ਲੋਕ ਪਹਿਨਦੇ ਨੇ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਆਰਟੀਫੀਸ਼ੀਅਲ ਸੋਨੇ ਦੇ ਗਹਿਣੇ ਸਸਤੇ ਮਿਲਦੇ ਨੇ, ਇਹ ਸੱਚ ਹੈ। ਆਰਟੀਫੀਸ਼ੀਅਲ ਗਹਿਣਿਆਂ ਦੀ ਚਮਕ ਬਹੁਤ ਹੁੰਦੀ ਹੈ, ਇਹ ਬਿਲਕੁਲ ਸੱਚ ਹੈ। ਪਰ ਸਾਧ ਸੰਗਤ, ਇਹ ਸੱਚ ਨਹੀਂ ਕਿ ਦੁਨੀਆ ਵਿੱਚੋਂ ਸੋਨਾ ਖਤਮ ਹੋ ਗਿਆ। ਸੋਨਾ ਵੀ ਮੌਜੂਦ ਹੈ। ਦੰਭ ਤੇ ਪਖੰਡ ਸੰਸਾਰ ਵਿੱਚ ਹੋ ਸਕਦਾ ਹੈ, ਦੰਭੀ ਪਖੰਡੀ ਹੋ ਸਕਦੇ ਨੇ, ਪਰ ਸਾਧ ਸੰਗਤ ਇਹ ਗੱਲ ਸੱਚ ਨਹੀਂ ਕਿ ਦੁਨੀਆ ਵਿੱਚ ਸੰਤ ਮੌਜੂਦ ਨਹੀਂ। ਭਗਤੀ ਸੇਵਾ ਤੇ ਸਿਮਰਨ ਵਾਲੇ ਸੰਤ ਅੱਜ ਵੀ ਮੌਜੂਦ ਨੇ। ਇਹ ਠੀਕ ਹੈ, ਸੋਨਾ ਘੱਟ ਹੋ ਸਕਦਾ ਹੈ, ਲੋਕਾਂ ਕੋਲ ਗ੍ਰਾਮਾਂ ਵਿੱਚ ਹੋ ਸਕਦਾ ਹੈ, ਕਿਲੋਆਂ ਤੇ ਕੁਇੰਟਲਾਂ ਵਿੱਚ ਨਹੀਂ। ਪਰ ਇਸ ਗੱਲ ਤੋਂ ਮੁਨੱਕਰ ਨਹੀਂ ਹੋ ਸਕਦੇ ਕਿ ਸੰਤ ਮੌਜੂਦ ਨਹੀਂ। ਘੱਟ ਹੋ ਸਕਦੇ ਨੇ, ਪਰ ਸੰਤ ਜ਼ਰੂਰ ਮੌਜੂਦ ਹੈ। ਇਸ ਲਈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ, ਸੰਤ ਜਦੋਂ ਰੱਬ ਨੂੰ ਵੇਖ ਲੈਂਦਾ ਹੈ, ਉਹ ਰੱਬ ਦਾ ਰੂਪ ਹੋ ਜਾਂਦਾ ਹੈ, ਸੰਸਾਰ ਦੇ ਬੰਧਨਾਂ ਤੋਂ ਬਹੁਤ ਦੂਰ ਨਿਕਲ ਜਾਂਦਾ ਹੈ, ਇੰਨਾ ਕੁ ਨਿਰਮਲ ਹੁੰਦਾ ਹੈ। ਉਹਦੀ ਸੰਗਤ ਕਰਨ ਵਾਲੇ ਲੋਕ ਨਿਰਮਲ ਹੋਣ ਲੱਗ ਪੈਂਦੇ ਨੇ। ਮਾਫ ਕਰਿਓ, ਉਹਦੀ ਰਸਨਾ ਦੇ ਬਚਨ ਦੂਜੇ ਨੂੰ ਬਿਲਕੁਲ ਨਿਰਮਲ ਕਰ ਦਿੰਦੇ ਨੇ। ਇੱਥੋਂ ਤੱਕ ਕਿ ਹਕੀਕਤ ਹੈ, ਸੰਤ ਕੁਝ ਵੀ ਨਾ ਬੋਲੇ, ਉਹ ਅੱਖ ਨਾਲ ਇੱਕ ਦ੍ਰਿਸ਼ਟੀ ਭਰ ਕੇ ਕਿਸੇ ਵੱਲ ਵੇਖ ਲੈ, ਸਾਹਮਣੇ ਵਾਲੇ ਦਾ ਜੀਵਨ ਬਦਲ ਦਿੰਦਾ। ਸਾਹਮਣੇ ਸਾਖਸ਼ਾਤ ਦੀ ਗੱਲ ਛੱਡੋ, ਸਿੱਖ ਕੌਮ ਵਿੱਚ ਇੱਕ ਵਿਦਵਾਨ ਨੇ, ਹੁਣ ਕਥਾਵਾਚਕ ਜਿਨ੍ਹਾਂ ਦਾ ਬੜਾ ਮਾਣ ਸਤਿਕਾਰ ਹੈ, ਉਹਨਾਂ ਨੇ ਖੁਦ ਰਾੜਾ ਸਾਹਿਬ ਦੀ ਸਟੇਜ ਤੋਂ ਥੋੜ੍ਹੇ ਸਾਲ ਪਹਿਲਾਂ ਇਹ ਗੱਲ ਸੁਣਾ ਦਿੱਤੀ। ਤੇ ਜਦੋਂ ਮੇਰੇ ਨਾਲ ਗੱਲ ਹੋਈ, ਸਾਧ ਸੰਗਤ ਤੇ ਸੱਚ ਹੈ, ਮਨ ਦੇ ਅੰਦਰ ਬੰਦਾ ਮਹਿਸੂਸ ਕਰਦਾ ਹੈ, ਸੱਚ ਬੋਲ ਦੇਣਾ, ਅੱਖਾਂ ਮੀਟ ਜਾਈਏ, ਬੋਲਿਆ ਹੋਇਆ ਸੱਚ ਸਦੀਆਂ ਤੱਕ ਰਹਿੰਦਾ। ਜਿਹੜਾ ਸੱਚ ਹੋਵੇ ਉਹਨੂੰ ਜ਼ਰੂਰ ਬੋਲਣਾ ਚਾਹੀਦਾ। ਸਤਿਕਾਰਯੋਗ ਗਿਆਨੀ ਭਿੰਦਰਪਾਲ ਸਿੰਘ ਜੀ, ਉਹ 1994-95 ਵਿੱਚ ਦੁਖਨਿਵਾਰਨ ਸਾਹਿਬ ਕਥਾ ਕਰਦੇ ਰਹੇ। ਗੁਰਦੁਆਰਾ ਸਾਹਿਬ ਵਾਲਿਆਂ ਨੇ ਘਰ ਖਰੀਦੇ, ਘਰ ਖਰੀਦ ਕੇ ਗੁਰਦੁਆਰਾ ਸਾਹਿਬ ਦਾ ਸਥਾਨ ਵੱਡਾ ਕਰਨਾ ਸੀ। ਉਹਨਾਂ ਖੁਦ ਸੁਣਾਇਆ, ਜਿਨ੍ਹਾਂ ਕੋਲੋਂ ਘਰ ਖਰੀਦੇ ਉਹ ਢਾਹ ਕੇ, ਜਦੋਂ ਉੱਥੇ ਸਫਾਈ ਹੋ ਰਹੀ ਸੀ, ਕੰਧਾਂ ਢਹਿ ਰਹੀਆਂ ਸਨ, ਜਗ੍ਹਾ ਵੱਡੀ ਹੋ ਰਹੀ ਸੀ, ਮਹਾਂਪੁਰਸ਼ਾਂ ਦੀ ਕੋਈ ਫੋਟੋ ਉਹ ਬਿਲਕੁਲ ਉੱਥੇ ਇੱਟਾਂ ਵਿੱਚ ਪਈ ਸੀ। ਕੁਆੜ ਰਾਹ ਲੰਘਣ ਲੱਗੇ, ਕਹਿਣ ਲੱਗੇ ਮੇਰੀ ਨਜ਼ਰ ਪੈ ਗਈ। ਤਾਂ ਜਦੋਂ ਮੈਂ ਫੋਟੋ ਵੇਖੀ, ਉਹ ਤੁਸੀਂ ਦਰਸ਼ਨ ਕਰਦੇ ਹੋ, ਪਿੱਛੇ ਲਾਲ ਕੱਪੜਾ ਇਸ ਤਰ੍ਹਾਂ ਚੌਂਕੜਾ ਵੱਜਾ ਹੋਇਆ, ਬਾਬਾ ਜੀ ਨੇ ਹੱਥ ਖੜੇ। ਉਹ ਕਹਿੰਦੇ ਮੈਂ ਇਸ ਤਰ੍ਹਾਂ ਵੇਖ ਕੇ ਕਿਹਾ, ਇਹ ਕੀ ਦੰਭ ਪਖੰਡ ਹੈ, ਹੱਥ ਚੁੱਕ ਕੇ ਆਸ਼ੀਰਵਾਦ ਦੇ ਰਹੇ ਨੇ। ਸਾਧ ਸੰਗਤ ਨਾਲ ਉਹਨਾਂ ਅਫਸੋਸ ਵੀ ਕੀਤਾ, ਇਹੋ ਜਿਹਾ ਤਰਕ ਅੰਦਰ ਜੀਵਨ ਵਿੱਚ ਆਉਣਾ ਨਹੀਂ ਚਾਹੀਦਾ, ਇਹ ਬੰਦੇ ਨੂੰ ਖੁਸ਼ ਕਰ ਦਿੰਦਾ। ਖੈਰ, ਉਹ ਕਹਿੰਦੇ ਪਹਿਲਾਂ ਮਨ ਚ ਆਇਆ ਇਹ ਕੀ ਦੰਭ ਪਖੰਡ ਹੈ, ਮੈਂ ਫੋਟੋ ਵੇਖ ਕੇ ਲੰਘ ਗਿਆ। ਤੇ ਫਿਰ ਇੱਕ ਪਲ ਦੋ ਕਦਮ ਅੱਗੇ ਜਾ ਕੇ ਮਨ ਚ ਖਿਆਲ ਆਇਆ, ਮਨਾ ਸੰਤ ਜਾਣ ਕੇ ਰਹਿਣ ਦੇ, ਸਾਧੂ ਸੰਤ ਬ੍ਰਹਮ ਗਿਆਨੀ ਕੁਝ ਵੀ ਨਾ ਸਮਝ, ਗੁਰਸਿੱਖ ਜਾਣ ਕੇ ਫੋਟੋ ਚੁੱਕ ਲੈ, ਕਮ ਸੇ ਕਮ ਦਸਤਾਰ ਹੈ, ਦਾੜਾ, ਕੋਈ ਉੱਪਰੋਂ ਲੰਘੇਗਾ ਧੂੜ ਮਿੱਟੀ ਪੈਗੀ, ਵਿਅਦ ਵੀ ਹੋਏਗੀ, ਕਹਿਣਗੇ ਮੈਂ ਉਹ ਰਸਤੇ ਵਿੱਚੋਂ ਫੋਟੋ ਚੁੱਕੀ ਤੇ ਝਾੜ ਕੇ ਲੈ ਗਿਆ ਘਰ। ਘਰ ਲਿਜਾ ਕੇ ਘਰ ਵਾਲੀ ਨੂੰ ਕਿਹਾ, ਲੈ ਭਾਗਵਾਨ ਨੇ, ਮਹਾਂਪੁਰਸ਼ ਆ ਗਏ ਨੇ, ਆਸ਼ੀਰਵਾਦ ਲੈ ਲਾ ਜੇ ਲੈਣਾ। ਉਹ ਫੋਟੋ ਮਹਾਂਪੁਰਸ਼ਾਂ ਦੀ ਵੇਖੀ, ਉਹਨਾਂ ਦੇ ਘਰ ਵਾਲੀ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਕੋਲ, ਸੰਤ ਬਾਬਾ ਚਰਨ ਸਿੰਘ ਜੀ ਕੁਰਸ਼ੇਤਰ ਵਾਲੇ, ਉੱਥੇ ਉਹ ਵਿਆਹ ਤੋਂ ਪਹਿਲਾਂ ਸੇਵਾ ਕਰਦੇ ਰਹੇ, ਬੜੇ ਭਾਵਨਾ ਵਾਲੇ ਨੇ। ਉਹਨਾਂ ਕਿਹਾ, ਗਿਆਨੀ ਜੀ ਇਸ ਤਰ੍ਹਾਂ ਨਹੀਂ ਕਹੀਦਾ, ਫੋਟੋ ਲੈ ਕੇ ਘਰ ਵਿੱਚ ਪਿਛਲੇ ਕਮਰੇ ਵਿੱਚ ਰੱਖ ਲਈ। ਤੇ ਗਿਆਨੀ ਜੀ ਕਹਿੰਦੇ ਸੱਚ ਹੈ ਭਾਈ, ਉਸੇ ਰਾਤ ਮੈਨੂੰ ਸੁਪਨਾ ਆਇਆ, ਸੁਪਨੇ ਵਿੱਚ ਜੋ ਕੁਝ ਉਹਨਾਂ ਕਹਿਣਾ ਸੀ, ਫਿਰ ਇਹ ਸੱਚ ਹੈ। ਸੱਜਣੋਂ, ਪ੍ਰਤੱਖ ਦਰਸ਼ਨ ਸੰਤ ਦੇ ਹੋ ਜਾਣ ਤਾਂ ਵੀ ਜੀਵਨ ਪਲਟਦਾ। ਇਹ ਵੀ ਸੱਚ ਹੈ, ਕਿਸੇ ਨੂੰ ਸੁਪਨੇ ਵਿੱਚ ਵੀ ਦਰਸ਼ਨ ਹੋ ਜਾਣ, ਜੀਵਨ ਤਾਂ ਵੀ ਪਲਟ ਜਾਂਦਾ। ਉਹ ਕਹਿੰਦੇ ਸੁਪਨੇ ਵਿੱਚ ਹੀ ਦਰਸ਼ਨ ਹੋਏ ਤੇ ਸੁਪਨੇ ਵਿੱਚ ਹੀ ਬਹੁਤ ਕੁਝ ਬਦਲ ਗਿਆ। ਸੁਪਨੇ ਵਿੱਚ ਹੀ ਉਹ ਰਾਤ ਤੋਂ ਬਾਅਦ ਅਗਲਾ ਜੀਵਨ ਕੁਝ ਹੋਰ ਸੀ, ਉਸ ਰਾਤ ਦੇ ਸੁਪਨੇ ਤੋਂ ਪਹਿਲਾਂ ਵਿਚਾਰ ਕੁਝ ਹੋਰ ਸੀ, ਰਾਤ ਦੇ ਸੁਪਨੇ ਤੋਂ ਬਾਅਦ ਵਿਚਾਰ ਕੁਝ ਹੋਰ ਸੀ। ਇਹ ਸੱਚ ਹੈ ਸਾਧ ਸੰਗਤ। ਜਪਣ ਵਾਲਿਆਂ ਤੇ ਕਿਣਕਾ ਮਾਤਰ ਵੀ ਤੁਹਾਡੀ ਭਾਵਨਾ ਬਣ ਜਾਏ, ਹਾਂ ਉਹ ਜਪਣ ਵਾਲਾ ਸੰਤ ਹੋਵੇ, ਤੁਹਾਡਾ ਜੀਵਨ ਸੁਪਨੇ ਵਿੱਚ ਹੀ ਪਲਟਾ ਕੇ ਰੱਖਦਾ ਹੈ। ਪਾਤਸ਼ਾਹ ਨੇ ਕਿਹਾ, ਆਮ ਬੰਦੇ ਵਿੱਚ ਤੇ ਸੰਤ ਵਿੱਚ ਫਰਕ ਕੀ ਹੈ? ਸਰੀਰ ਤੇ ਸਾਡੇ ਵਰਗ ਹੈ, ਇਸੇ ਲਈ ਭੁਲੇਖਾ ਲੱਗ ਜਾਂਦਾ ਹੈ। ਵੇਖਣ ਨੂੰ ਸਰੀਰ ਪੰਜ ਭੂਤਕ ਹੈ, ਕੱਪੜੇ
ਕੱਪੜੇ ਤੇ ਬਾਹਰੋਂ ਚਿਹਰਾ ਮੋਹਰਾ ਸਰੀਰ ਕਿਸੇ ਨਾਲ ਮਿਲ ਸਕਦਾ ਹੈ, ਇਹ ਕਿਵੇਂ ਸੰਤ ਹੋ ਸਕਦਾ ਹੈ? ਪਰ ਜੀਵਨ ਤੇ ਰਹਿਤ ਵਿੱਚ ਬੜਾ ਵੱਡਾ ਫਰਕ ਹੈ। ਹਜ਼ੂਰ ਨੇ ਕਿਹਾ, 8 ਪਹਿਰ ਨਿਕਟ ਕਰ ਜਾਣੇ, ਪ੍ਰਭ ਕਾ ਕੀਆ ਮੀਠਾ ਮਾਨੇ। 8 ਪਹਿਰ 24 ਘੰਟੇ ਸੰਤ ਅਭਿਆਸ ਪਕਾਉਂਦਾ, ਰੱਬ ਮੈਨੂੰ ਵੇਖ ਰਿਹਾ, ਰੱਬ ਮੈਨੂੰ ਵੇਖ ਰਿਹਾ। ਜਿੱਦਣ ਅਭਿਆਸ ਪੱਕ ਜਾਂਦਾ ਉਹਦੇ ਸੰਤ ਦੇ ਜੀਵਨ ਦੇ ਅੰਦਰ ਸਾਧ ਸੰਗਤ ਅਗਲੀ ਸਟੇਜ ਇਹ ਆਉਂਦੀ ਹੈ, ਉਹਨੂੰ ਰੱਬ ਦਾ ਕੀਤਾ ਮਿੱਠਾ ਲੱਗਣ ਲੱਗ ਪੈਂਦਾ। ਹਰ ਕੀਤਾ ਹੋਇਆ ਕਰਮ ਮਿੱਠਾ ਲੱਗਦਾ ਹੈ। ਸੰਸਾਰ ਦੇ ਲੋਕ ਆ ਹੁਣ ਬਿਮਾਰੀ 4-5 ਮਹੀਨੇ ਤੋਂ ਚੱਲੀ ਹੈ, ਬਹੁਤਾਤ ਵਿੱਚ ਲੋਕ ਨੇ ਜਿਨ੍ਹਾਂ ਨੇ ਰੱਬ ਨੂੰ ਲਾਂਭੇ ਵੀ ਦਿੱਤੇ ਹੋਣਗੇ, ਮਾੜਾ ਵੀ ਕਿਹਾ ਹੋਏਗਾ, ਕਾਰੋਬਾਰ ਦੇ ਘਾਟੇ ਪੈ ਗਏ, ਆਹ ਕੁਝ ਕੀ ਹੋ ਗਿਆ। ਬਹੁਤੇ ਲੋਕ ਮੈਂ ਇਸ ਤਰ੍ਹਾਂ ਕਹਿੰਦੇ ਸੁਣੇ, ਉਹ ਕਹਿੰਦੇ ਰੱਬਾ ਤੇਰਾ ਵੀ ਕਾਹਦਾ ਨਿਆਂ ਇਨਸਾਫ ਹੈ, ਐਵੇਂ ਗਰੀਬਾਂ ਨੂੰ ਤੰਗ ਕਰਨਾ, ਜੇ ਬਿਮਾਰੀ ਚਿੰਬੜਨੀ ਅਮੀਰਾਂ ਨੂੰ ਵੱਡਿਆਂ ਵੱਡਿਆਂ ਨੂੰ ਲੱਗੇ ਨਾ, ਫਿਰ ਬੇਈਮਾਨੀ ਕਰਨ ਵਾਲਿਆਂ ਨੂੰ ਕਿਉਂ ਨਹੀਂ ਲੱਗਦੀ? ਇਹ ਆਮ ਲੋਕਾਂ ਦੇ ਕਮੈਂਟ ਹੋ ਸਕਦੇ ਨੇ, ਪਰ ਜਿਹੜਾ ਜਪਣ ਵਾਲਾ ਸੰਤ ਹੈ ਉਹਦੀ ਰਸਨਾ ਤੋਂ ਕਦੇ ਰੋਸ ਨਹੀਂ ਸੁਣੋਗੇ। ਉਹ ਕਹਿੰਦਾ ਭਾਈ ਸਭ ਕੁਝ ਰੱਬ ਦੇ ਹੁਕਮ ਵਿੱਚ ਹੈ, ਇਹ ਉਹਦੇ ਭਾਣੇ ਵਿੱਚ ਹੈ। ਭਾਣੇ ਤੇ ਹੁਕਮ ਤੋਂ ਬਾਹਰ ਸਾਧੂ ਦੀ ਰਸਨਾ ਤੋਂ ਕੋਈ ਬਚਨ ਨਹੀਂ ਨਿਕਲੇਗਾ। ਸੰਸਾਰ ਵਿੱਚ ਕਿੱਡੀ ਵੀ ਘਟਨਾ ਘਟ ਜਾਏ, ਸੰਤ ਆਪਣੇ ਮਨ ਨੂੰ ਭਾਣੇ ਵਿੱਚ ਟਿਕਾ ਕੇ ਰੱਖਦਾ, ਸਭ ਕੁਝ ਕਹਿੰਦਾ ਉਹਦੇ ਹੁਕਮ ਵਿੱਚ ਹੈ, ਕੱਲਾ ਜ਼ੁਬਾਨ ਤੋਂ ਨਹੀਂ। ਮਾਫ ਕਰਿਓ, ਕਈ ਵਾਰ ਆਪਾਂ ਜ਼ੁਬਾਨ ਤੋਂ ਭਾਣਾ ਕਹੀਦਾ, ਅੰਦਰੋਂ ਕੁਝ ਹੋਰ ਕਹੀਦਾ। ਸੰਤ ਬਿਲਕੁਲ ਭਾਣੇ ਚ ਉਤਰ ਜਾਂਦਾ ਹੈ। 8 ਪਹਿਰ ਨਿਕਟ ਕਰ ਜਾਣੇ, ਪ੍ਰਭ ਕਾ ਕੀਆ ਮੀਠਾ ਮਾਨੇ। ਏਕ ਨਾਮ ਸੰਤਨ ਆਧਾਰ, ਸਾਧੂ ਦਾ ਆਧਾਰ ਆਸਰਾ ਸਿਰਫ ਰੱਬ ਦਾ ਨਾਮ ਹੈ। ਮੈਂ ਸੱਜਣ ਇਸ ਤਰ੍ਹਾਂ ਵੀ ਕਹਿੰਦੇ ਸੁਣੇ, ਨੈੱਟ ਉੱਤੇ ਉਹਨਾਂ ਪਾ ਦਿੱਤੀਆਂ। ਉਹ ਕਹਿੰਦੇ ਜੀ ਹੁਣ ਸੰਤ ਕਿੱਥੇ ਚਲੇ ਗਏ, ਐਡੀ ਵੱਡੀ ਬਿਮਾਰੀ ਹੈ, ਹੁਣ ਸੰਤ ਕਿੱਥੇ ਲੁੱਕ ਕੇ ਬਹਿ ਗਏ, ਹੁਣ ਸੰਤ ਕਿਉਂ ਨਹੀਂ ਆ ਕੁਝ ਕਰਦੇ, ਬੋਲਦੇ ਇਸ ਤਰ੍ਹਾਂ। 10 ਮਈ ਨੂੰ ਇਹ ਜਵਾਬ ਮੈਂ ਦਰਬਾਰ ਸਾਹਿਬ ਤੋਂ ਟੂਕ ਮਾਤਰ ਕਥਾ ਵੀ ਦਿੱਤਾ, ਬਹੁਤਾ ਕੁਝ ਲਾਈਵ ਤੇ ਕਈ ਵਾਰ ਬੋਲਿਆ ਨਹੀਂ ਜਾ ਸਕਦਾ। ਉੱਥੋਂ ਮੈਂ ਬੇਨਤੀ ਕੀਤੀ ਸੀ, ਸਾਧ ਸੰਗਤ ਜਿਹੜੇ ਕਹਿੰਦੇ ਨੇ ਹੁਣ ਸੰਤ ਕਿੱਥੇ ਚਲੇ ਗਏ, ਪਹਿਲੀ ਗੱਲ ਉਹਨਾਂ ਨੂੰ ਸੰਤ ਦੀ ਪਰਿਭਾਸ਼ਾ ਦਾ ਪਤਾ ਨਹੀਂ। ਪਹਿਲੀ ਗੱਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਉਹਨਾਂ ਨੂੰ ਗਿਆਨ ਨਹੀਂ ਕਿ ਸੰਤ ਕਿਹਨੂੰ ਕਹਿੰਦੇ ਨੇ। ਸਾਧ ਸੰਗਤ, ਸੰਤ ਅਕਾਲ ਪੁਰਖ ਦੇ ਭਾਣੇ ਵਿੱਚ ਚੱਲਣ ਵਾਲਾ ਹੈ, ਉਹ ਪ੍ਰਭ ਕਾ ਕੀਆ ਮੀਠਾ ਮਨ ਹੈ, ਇਸ ਆਧਾਰ ਤੇ ਚੱਲਦਾ ਹੈ। ਹਾਂ, ਉਹਨੂੰ ਰੱਬ ਵੱਲੋਂ ਹੁਕਮ ਹੋ ਜਾਏ ਤੇ ਜੇ ਕੁਝ ਉਹਦੀ ਰਸਨਾ ਤੋਂ ਨਿਕਲ ਜਾਏ, ਉਹਨੂੰ ਫਿਰ ਦੁਨੀਆ ਦਾ ਕੋਈ ਬੰਦਾ ਤਬਦੀਲ ਨਹੀਂ ਕਰ ਸਕਦਾ। ਰੱਬ ਨੂੰ ਆਪਣਾ ਹੁਕਮ ਤਬਦੀਲ ਕਰਨਾ ਪੈਂਦਾ। ਸਾਧੂ ਦੇ ਕਹੇ ਹੋਏ ਬੋਲ ਰੱਬ ਨੂੰ ਵੀ ਮੰਨਣੇ ਪੈਂਦੇ। ਪਰ ਸਾਧ ਸੰਗਤ ਤੋਂ ਛੇਤੀ ਸਾਡੇ ਵਾਂਗ ਨਹੀਂ ਬੋਲਦਾ ਇਸ ਤਰ੍ਹਾਂ। ਉਹਦੀਆਂ ਗੱਲਾਂ ਸਾਡੇ ਵਰਗੀਆਂ ਸੰਸਾਰੀ ਨਹੀਂ। ਉਹ ਕਿਸੇ ਹੋਰ ਦੁਨੀਆ ਦਾ ਵਾਸੀ ਹੈ, ਉਹ ਕਿਸੇ ਹੋਰ ਮੰਡਲ ਵਿੱਚ ਰਹਿੰਦਾ ਹੈ, ਉਹਦਾ ਸਰੀਰ ਇਸ ਸੰਸਾਰ ਵਿੱਚ ਰਹਿੰਦਾ ਹੈ, ਪਰ ਉਹ ਵਾਸੀ ਕਿਸੇ ਹੋਰ ਦੇਸ਼ ਦਾ ਹੁੰਦਾ ਹੈ। ਸੰਸਾਰ ਦੇ ਦੁੱਖ ਸੁੱਖ ਉਹਦੇ ਉੱਤੇ ਲਾਗੂ ਨਹੀਂ। ਸੰਸਾਰ ਦਾ ਕੋਈ ਨਿਯਮ ਸਰੀਰਧਾਰੀ ਸੰਤ ਉੱਤੇ ਲਾਗੂ ਨਹੀਂ ਹੁੰਦਾ। ਕੋਈ ਵੀ ਨਿਯਮ ਕਿਸੇ ਨਦੀ ਦਰਿਆ ਉੱਤੇ ਲਾਗੂ ਹੋ ਸਕਦਾ ਹੈ, ਸਮੁੰਦਰਾਂ ਉੱਤੇ ਨਿਯਮ ਲਾਗੂ ਨਹੀਂ। ਸਾਧ ਸੰਗਤ, ਨਦੀਆਂ ਤੇ ਦਰਿਆਵਾਂ ਦਾ ਪਾਣੀ ਲੋਕ ਮਿਣ ਲੈਂਦੇ ਨੇ, ਸਮੁੰਦਰਾਂ ਤੇ ਸਾਗਰਾਂ ਦੇ ਪਾਣੀ ਮਿਣੇ ਨਹੀਂ ਜਾਂਦੇ। ਸਾਗਰ ਆਪਣਾ ਰਸਤਾ ਖੁਦ ਬਣਾਉਂਦਾ ਹੈ। ਇੱਦਾਂ ਸੰਸਾਰ ਦੇ ਆਮ ਬੰਦੇ ਦੀ ਗੱਲ ਕਿਸੇ ਮਿਣਤੀ ਵਿੱਚ ਹੈ। ਸਰੀਰਧਾਰੀ ਸੰਤ ਉਹ ਮਿਣਤੀ ਤੋਂ ਬਾਹਰ ਹੋ ਜਾਂਦਾ, ਸੀਮਾ ਤੋਂ ਰਹਿਤ ਹੋ ਜਾਂਦਾ। ਉਹ ਸਾਲਾ ਹੀ ਸਾਲਾ ਇਤੀ ਸੁਰਤ ਨਾ ਪਾਈਆ, ਨਦੀਆਂ ਅਤੇ ਵਹ ਪਵੇਂ ਸਮੁੰਦ ਨਾ ਜਾਣੀਏ। ਸਾਧ ਸੰਗਤ, ਉਹ ਚੁੱਪ ਰਵੇ ਤੋਂ ਦੀਆਂ ਅੱਖਾਂ ਦੇ ਸਾਹਮਣੇ ਭਾਵੇਂ ਜੋ ਕੁਝ ਮਰਜ਼ੀ ਗਰਕ ਜਾਏ, ਤੇ ਸੰਤ ਜੇ ਕਿਤੇ ਦਖਲ ਦੇ ਦੇ, ਰੱਬ ਨੂੰ ਫਿਰ ਸਭ ਕੁਝ ਬਦਲਣਾ ਪੈਂਦਾ। 1949 ਵਿੱਚ ਪਲੇਗ ਫੈਲ ਗਈ ਪਾਕਿਸਤਾਨ ਦੇ ਨਾਲ ਨਾਲ ਕਈ ਪਿੰਡਾਂ 'ਚ। ਫਿਰੋਜ਼ਪੁਰ ਦੇ ਲਾਗੇ ਉਹ ਅੱਜ ਵੀ ਸਾਧ ਸੰਗਤ ਪਾਕਿਸਤਾਨ ਦੇ ਬਾਰਡਰ ਉੱਤੇ ਪਿੰਡ ਹੈ, ਉਹ ਸਥਾਨ ਬਣਿਆ। ਮੈਂ ਉੱਥੇ ਜਨਵਰੀ ਫਰਵਰੀ ਵਿੱਚ ਕਥਾ ਕਰਨ ਗਿਆ। ਉੱਥੇ ਉਹ ਮਹਾਂਪੁਰਸ਼ਾਂ ਦਾ ਸਥਾਨ ਹੈ, ਛੋਟਾ ਜਿਹਾ ਪਿੰਡ ਹੈ। ਤੇ ਉਹ ਪਿੰਡ ਵਾਲੇ ਜਦੋਂ ਪਲੇਗ ਫੈਲੀ ਤੇ ਮਹਾਂਪੁਰਸ਼ਾਂ ਕੋਲ ਪੰਚਾਇਤ ਇਕੱਠੀ ਹੋ ਕੇ ਆਈ।
ਬੇਨਤੀ ਕੀਤੀ, ਕਹਿੰਦੇ ਬਾਬਾ ਜੀ ਤੁਸੀਂ ਤਾਂ ਇੱਥੇ ਇਸ ਤਰ੍ਹਾਂ ਬੈਠੇ ਹੋ ਜਿਵੇਂ ਦੁਨੀਆ 'ਚ ਹੋਇਆ ਹੀ ਨਾ ਹੋਵੇ ਕੁਝ ਵੀ। ਕਹਿੰਦੇ ਤੁਸੀਂ ਸੰਤ ਹੋ, ਸਾਧੂ ਹੋ, ਰੱਬ ਨੂੰ ਮੰਨਣ ਵਾਲੇ, ਰੱਬ ਵਿੱਚ ਸਮਾਏ ਹੋਏ, ਰੱਬ ਦਾ ਰੂਪ ਬਣੇ ਹੋਏ ਮਹਾਂਪੁਰਸ਼ੋ, ਐਡੀ ਵੱਡੀ ਪਰਲੋ ਆ ਗਈ। ਇੱਕ ਸੰਸਕਾਰ ਕਰਕੇ ਮੁੜੀਦਾ, ਜਦ ਨੂੰ ਦੂਜਾ ਮਰਿਆ ਹੁੰਦਾ। ਹੁਣ ਤੇ ਸੰਸਕਾਰ ਕਰਨ ਲਈ ਬਾਲਣ ਵੀ ਪਿੰਡਾਂ 'ਚ ਮੁੱਕ ਗਿਆ। ਕਹਿੰਦੇ ਭਾਈ ਕੀ ਹੋਇਆ? ਕਹਿੰਦੇ ਮਹਾਂਪੁਰਸ਼ੋ ਤੁਸੀਂ ਤਾਂ ਐਂ ਬੈਠੇ ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਕਹਿੰਦੇ ਪਲੇਗ ਫੈਲੀ ਹੋਈ ਹੈ ਪਿੰਡਾਂ 'ਚ, ਜਿਹਨੂੰ ਬਿਮਾਰੀ ਚਿੰਬੜ ਗਈ ਫਿਰ ਉਹ 2-4-7 ਦਿਨਾਂ ਦੇ ਵਿੱਚ ਮਰ ਜਾਂਦਾ। ਜਿਵੇਂ ਹੁਣ ਕਹਿੰਦੇ ਕਰੋਨਾ ਵਾਲਾ 14 ਦਿਨਾਂ 'ਚ ਮਰ ਜਾਂਦਾ, ਇੱਦਾਂ ਜਿਹਨੂੰ ਉਹ ਪਲੇਗ ਲੱਗ ਗਈ ਉਹ 7 ਦਿਨ ਵਿੱਚ ਮਰ ਜਾਂਦਾ। ਕਹਿੰਦੇ ਮਹਾਂਪੁਰਸ਼ੋ ਭਲਾ ਕਰੋ ਪਿੰਡ ਦਾ। ਤਾਂ ਬਾਬਾ ਜੀ ਕਹਿੰਦੇ ਅੱਛਾ। ਕਹਿੰਦੇ ਭਾਈ ਸਾਨੂੰ ਨਹੀਂ ਪਤਾ, ਸਭ ਕੁਝ ਉਹਦੇ ਹੁਕਮ ਵਿੱਚ ਹੈ। ਕਹਿੰਦੇ ਮਹਾਰਾਜ ਕੋਈ ਭਲਾ ਕਰ ਦਿਓ। ਕਹਿੰਦੇ ਦੱਸੋ ਕੀ ਚਾਹੁੰਦੇ? ਕਹਿੰਦੇ ਮਹਾਰਾਜ ਪਿੰਡ 'ਚ ਮੌਤਾਂ ਬਹੁਤ ਹੋ ਰਹੀਆਂ, ਤੁਸੀਂ ਕੋਈ ਅਰਦਾਸ ਬੇਨਤੀ ਕਰੋ ਰੁਕ ਜਾਏ। ਕਹਿੰਦੇ ਅੱਛਾ ਭਾਈ ਚਲੋ ਚੱਲਦੇ ਆਪਾਂ। ਉਹ ਅਸਥਾਨ ਉੱਥੇ ਬਣਿਆ ਹੋਇਆ, ਆਪਣੀ ਕੁੱਲੀ 'ਚੋਂ ਇਸ ਤਰ੍ਹਾਂ ਉੱਠ ਕੇ ਜਿਵੇਂ ਆਹ ਸਥਾਨ ਬਾਹਰ ਹੈ ਪਿੰਡ ਨੂੰ ਚਲੇ ਗਏ। ਤੇ ਜਾ ਕੇ ਪਿੰਡ ਵਾਲਿਆਂ ਨੂੰ ਕਿਹਾ, ਲੰਬੜਦਾਰ ਨੂੰ, ਸਰਪੰਚ ਨੂੰ, ਸਾਰੇ ਪਿੰਡ ਵਿੱਚ ਹੋਕਾ ਦੇ ਦਿਓ ਕੋਈ ਘਰ ਤੋਂ ਬਾਹਰ ਨਾ ਨਿਕਲੇ, ਆਪੋ ਆਪਣੇ ਦਰਵਾਜ਼ੇ ਬੰਦ ਕਰ ਲਓ, ਜਿੰਨੀ ਦੇਰ ਅਸੀਂ ਨਾ ਕਹੀਏ ਘਰੋਂ ਬਾਹਰ ਨਾ ਕੋਈ ਨਿਕਲਿਓ। ਉਹਨੇ ਪਿੰਡ 'ਚ ਢੰਡੋਰਾ ਹੋਕਾ ਦੇ ਦਿੱਤਾ। ਛੋਟਾ ਜਿਹਾ ਪਿੰਡ ਹੈ, ਸਾਰੇ ਪਿੰਡ ਵਿੱਚ ਬੋਲ ਦਿੱਤਾ। ਤੇ ਮਹਾਂਪੁਰਸ਼ਾਂ ਨੇ ਉਹ ਲੰਬੜਦਾਰ ਸਰਪੰਚ ਨੂੰ ਨਾਲ ਲਿਆ, 2 ਸੇਵਾਦਾਰ ਹੋਰ ਪਿੰਡੋਂ ਲਏ। ਕਹਿੰਦੇ ਭਾਈ ਐਂ ਕਰੋ, ਅਸੀਂ ਮੋਹਰੇ ਝਾੜੂ ਲਾਉਂਦੇ ਆ, ਤੁਸੀਂ ਚੁੱਕ ਕੇ ਕੂੜਾ ਬੋਰੀ 'ਚ ਪਾਈ ਜਾਓ। ਪਿੰਡ ਦੀਆਂ ਸਾਰੀਆਂ ਗਲੀਆਂ ਵਿੱਚ ਉਹਨਾਂ ਨੇ ਝਾੜੂ ਲਾਇਆ। ਉਹ ਜਦੋਂ ਕੂੜਾ ਇਕੱਠਾ ਕਰ ਦੇਣ ਥੋੜ੍ਹਾ ਜਿਹਾ ਗਲੀ ਦਾ ਝਾੜੂ ਲਾ ਕੇ, ਤੇ ਉਹ ਸੇਵਾਦਾਰ ਪਿੰਡ ਵਾਲੇ ਚੁੱਕ ਕੇ ਮਗਰ ਬੋਰੀ 'ਚ ਪਾ ਲੈਣ। 3-4-5 ਗਲੀਆਂ ਸੀ, ਝਾੜੂ ਲਾ ਦਿੱਤਾ। ਇੰਨੇ ਨੂੰ ਪਿੰਡ ਵਿੱਚ ਇੱਕ ਮਾਈ, ਉਹਨੇ ਕਿਹਾ 2 ਘੰਟੇ ਹੋ ਚੱਲੇ, ਪਿੰਡ ਵਾਲਿਆਂ ਨੂੰ ਘਰਾਂ 'ਚ ਡੱਕਿਆ ਹੋਇਆ, ਇੱਦਾਂ ਦਾ ਕਿਹੜਾ ਸੰਤ ਮੰਤਰ ਪੜ੍ਹਦੇ ਆ? ਕਹਿੰਦੀ ਵੇਖ ਹੀ ਲੈਣੀ ਹੈ। ਉਹ ਘਰ ਤੋਂ ਬਾਹਰ ਨਿਕਲ ਆਈ ਤੇ ਕਿਸੇ ਬੰਦੇ ਨੇ ਆਵਾਜ਼ ਦੇ ਕੇ ਕਿਹਾ, ਮਾਈ ਅੰਦਰ ਘਰ, ਆਪਣੇ ਘਰ ਦੇ ਅੰਦਰ ਵੜ, ਤੈਨੂੰ ਪਤਾ ਹੈ ਮਹਾਂਪੁਰਸ਼ਾਂ ਦਾ ਹੁਕਮ ਹੈ ਬਾਹਰ ਨਹੀਂ ਨਿਕਲਣਾ। ਸਾਰੇ ਪਿੰਡ ਵਿੱਚ ਝਾੜੂ ਲਾਇਆ, ਕੂੜਾ ਇਕੱਠਾ ਕਰਕੇ ਬੋਰੀ 'ਚ ਪਾ ਕੇ ਮਹਾਂਪੁਰਸ਼ ਆਪਣੇ ਅਸਥਾਨ ਤੇ ਲੈ ਗਏ। ਤੇ ਸਾਧ ਸੰਗਤ ਜਦੋਂ ਪਿੰਡ ਵਾਲੇ ਨਾਲ ਗਏ, ਉੱਥੋਂ ਫਿਰ ਬਾਬਾ ਜੀ ਨੇ ਉਹ ਸੇਵਾਦਾਰ ਤੇ ਲੰਬੜਦਾਰ ਪਿੰਡ ਵਾਲੇ ਨੂੰ ਮੋੜ ਦਿੱਤਾ। ਕਹਿੰਦੇ ਜਾ ਹੁਣ ਤੇਰੇ ਪਿੰਡ ਵਿੱਚ ਮੌਤ ਨਹੀਂ ਹੋਏਗੀ ਪਲੇਗ ਨਾਲ, ਪਰ ਇੱਕ ਗੱਲ ਯਾਦ ਰੱਖੀ, ਇੱਕ ਮਾਈ ਨੇ ਬਚਨ ਤੋੜ ਕੇ ਬਾਹਰ ਨਿਕਲੀ ਹੈ, ਉਹਨੂੰ ਕੋਈ ਨਹੀਂ ਬਚਾ ਸਕਦਾ, ਉਹ ਕੱਲ ਭਾਣਾ ਵਰਤਣਾ। ਪਿੰਡ ਵਾਲੇ ਮੌਜੂਦ ਨੇ, ਸਾਧ ਸੰਗਤ, ਉਹ ਸਭ ਕੁਝ ਹੋਇਆ। ਉਸ ਮਾਈ ਤੋਂ ਅਗਲੇ ਦਿਨ ਉਹਦੀ 7 ਦਿਨ ਦੇ ਅੰਦਰ ਉਹ ਮਾਈ ਦੀ ਮੌਤ ਹੋਈ। ਉਸ ਤੋਂ ਬਾਅਦ ਪਿੰਡ ਵਿੱਚ ਕਿਸੇ ਬੰਦੇ ਦੀ ਪਲੇਗ ਨਾਲ ਮੌਤ ਨਹੀਂ ਹੋਈ। ਕਹਿਣ ਤੋਂ ਭਾਵ ਸਾਧੂ ਕੋਲ ਸਭ ਕੁਝ ਹੈ। ਕੋਈ ਕਹਿੰਦਾ ਝਾੜੂ ਲਾ ਕੇ ਜੀ ਬਿਮਾਰੀ ਲੈ ਗਏ, ਕੋਈ ਕਹਿੰਦਾ ਕੂੜੇ ਨਾਲ ਲੈ ਗਏ। ਸਾਧੂ ਆਪਣੇ ਬਚਨਾਂ ਵਿੱਚ ਰੱਬ ਨੂੰ ਜਦੋਂ ਸਿੱਧੀ ਗੱਲ ਕਰ ਲੈ, ਸਾਧ ਸੰਗਤ, ਰੱਬ ਨੂੰ ਹੁਕਮ ਤਬਦੀਲ ਕਰਨੇ ਪੈਂਦੇ ਨੇ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਐਵੇਂ ਥੋੜ੍ਹੀ ਲਿਖਿਆ ਕਿ ਮੇਰੀ ਬੰਦੀ ਭਗਤ ਛੜਾਵੇ, ਬੰਦੇ ਭਗਤ ਨ ਛੂਟੈ ਮੋਹੇ, ਇੱਕ ਸਮੇਂ ਮੋਕੋਂ ਗਏ ਬੰਦੇ, ਤੋ ਫੁਨ ਮੋਹ ਪੈ ਜਵਾਬ ਨਾ ਹੋਏ। ਕਹਿਣ ਨੂੰ ਜਿੰਨਾ ਮਰਜ਼ੀ ਧਰ ਕਰੀ ਜਾਓ। ਆ ਤੁਹਾਡੇ ਲਾਗੇ ਹੀ ਮਰੇਲਕੋਟਲੇ ਬਾਬਾ ਜੀ ਸਭ ਕੁਝ ਜਾਣਦੇ ਆ, ਦਸ਼ਮੇਸ਼ ਕੰਪੈਨ ਵਾਲੇ ਸਰਦਾਰ ਅਮਰ ਸਿੰਘ ਜੀ, ਮਹਾਂਪੁਰਸ਼ਾਂ ਕੋਲ ਹੈਗਾ ਬਾਬਾ ਈਸ਼ਰ ਸਿੰਘ ਜੀ ਕੋਲ। ਕਹਿੰਦੇ ਜੀ ਡਾਕਟਰਾਂ ਨੇ ਜਵਾਬ ਦੇ ਦਿੱਤਾ, ਉਹ ਕਹਿੰਦੇ ਵੀ ਇੰਨਾ ਕੁ ਚਿਰ ਤੂੰ ਜਿਉਂਦਾ ਰਹਿ ਸਕਣਾ ਜੀ, ਬਿਮਾਰੀ ਬਹੁਤ ਵੱਧ ਗਈ। ਡਾਕਟਰਾਂ ਨੇ ਜਵਾਬ ਦਿੱਤਾ। ਉਹ ਪਰਿਵਾਰ ਅੱਜ ਵੀ ਮੌਜੂਦ ਹੈ। ਸਾਧ ਸੰਗਤ, ਬਾਬਾ ਜੀ ਨੇ ਕੰਨ ਤੇ ਹੱਥ ਫੇਰ ਕੇ ਕਿਹਾ, ਜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੂੰ ਮੱਥਾ ਟੇਕ, ਕਿਤੇ ਨਹੀਂ ਜਾਂਦਾ ਜੇ ਬੜੀ ਸੇਵਾ ਲੈਣੀ ਤੇ ਜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੂੰ ਮੱਥਾ ਟੇਕ। ਡਾਕਟਰਾਂ ਦਾ ਕੀ ਤਾਂ ਕਹਿੰਦੇ ਰਹਿੰਦੇ ਨੇ, ਜਾ ਮਹਾਰਾਜ ਜੀਆਂ ਨੂੰ ਮੱਥਾ ਟੇਕ, ਅਜੇ ਕੁਝ ਨਹੀਂ ਹੁੰਦਾ। ਸਾਧ ਸੰਗਤ, ਕਿੰਨੇ ਸਾਲ ਉਹ ਸਰੀਰ ਜਿਉਂਦਾ ਰਿਹਾ, ਸੇਵਾ ਕਰਦੇ ਰਹੇ। ਕਹਿਣ ਤੋਂ ਭਾਵ ਜਦੋਂ ਰੱਬ ਦੀ ਦਰਗਾਹ ਵਿੱਚ ਸਾਧੂ ਦਾ ਕੋਈ ਸਹਿ ਸੁਭਾਅ ਬਚਨ ਹੋ ਜਾਏ, ਉਹ ਗੁਰੂ ਦੀ ਜਾਮਣੀ ਪਾ ਦਿੰਦਾ ਤੇ ਰੱਬ ਨੂੰ ਸਭ ਕੁਝ ਤਬਦੀਲ ਕਰਨਾ ਪੈਂਦਾ। ਸੰਤ ਬਾਬਾ ਅਜੀਤ ਸਿੰਘ ਦੀ ਹੰਸਾਲੀ ਵਾਲੇ ਹੁਣ ਬੰਦੇ ਸਰੀਰ ਜਿਉਂਦੇ ਨੇ, ਰਿਕਾਰਡਿੰਗ ਕਰ ਲਿਓ, ਸਭ ਕੁਝ ਜਾ ਕੇ ਪੁੱਛ ਲਿਓ। ਉਹਨਾਂ ਦੀ ਜਗ੍ਹਾ ਉੱਤੇ ਜਿਨ੍ਹਾਂ ਨੂੰ ਸੇਵਾ ਮਿਲੀ ਹੈ,
बड़े साल उन्होंने सेवा कमाई। ਜਦੋਂ ਪਹਿਲਾਂ ਪਹਿਲਾਂ ਆਏ ਤਾਂ ਸਾਧ ਸੰਗਤ ਤੋਂ ਸ਼ਿਪ ਵਿੱਚ ਨੌਕਰੀ ਕਰਦੇ ਸੀ। ਪਹਿਲੇ ਦਿਨ ਹੀ ਬਾਬਾ ਜੀ ਨੇ ਕਹਿ ਦਿੱਤਾ, ਭਾਈ ਕੀ ਕੰਮ ਕਰਦਾ? ਕਹਿੰਦੇ ਜੀ ਸ਼ਿਪ। ਕਹਿੰਦੇ ਉਹ ਕੀ? ਕਹਿੰਦੇ ਜੀ ਉਹ ਪਾਣੀ 'ਚ ਜਿਹੜੇ ਜਹਾਜ਼ ਚੱਲਦੇ। ਕਹਿੰਦੇ ਅੱਛਾ ਇੱਦਾਂ ਕਹਿ ਵੀ ਜਹਾਜ਼ਾਂ ਵਾਲਾ ਤੂੰ ਜਹਾਜ਼ ਚਲਾਉਣਾ? ਕਹਿੰਦੇ ਹਾਂਜੀ ਪਾਣੀ ਵਿੱਚ ਜਿਹੜੇ ਚੱਲਦੇ। ਕੋਲ ਰੱਖ ਲੈ। ਕਹਿੰਦੇ ਭਾਈ ਜਾਣਾ ਨਹੀਂ ਜਿੰਨੀ ਦੇਰ ਅਸੀਂ ਨਾ ਕਹੀਏ। ਪਹਿਲੀ ਗੱਲ ਤੇ ਸਾਧ ਸੰਗਤ ਸਾਧੂ ਦੀ ਸੰਗਤ ਸੋਚ ਸਮਝ ਕੇ ਕਰਨੀ ਚਾਹੀਦੀ। ਜਾਂ ਤੇ ਕਰੇ ਨਾ ਕੋਈ, ਜੇ ਕਰਨੀ ਹੈ ਫਿਰ ਪੱਕਾ ਦ੍ਰਿੜਤਾ ਨਾਲ ਆਉਣਾ ਪੈਂਦਾ, ਫਿਰ ਬਚਨ ਕਮਾਉਣਾ ਪੈਂਦਾ। ਅਸੀਂ ਇੱਕ ਗੁਰਮੁਖ ਪਿਆਰੇ ਪਿਆਰ ਵਾਲੇ ਨੇ ਤੇ ਉਹ ਮਹਾਂਪੁਰਸ਼ ਬੜੇ ਬੰਦਗੀ ਵਾਲੇ ਚਲੇ ਗਏ। ਮੈਂ ਉਹ ਜਿਹੜੇ ਮੋਹਰੇ ਉਹਨਾਂ ਦੇ ਸੇਵਾ ਕਰਦੇ ਉਹਨਾਂ ਨੂੰ ਕਿਹਾ, ਬਾਬਾ ਜੀ ਤੋਂ ਬਚਨ ਲੈਣਾ ਵੇ, ਕੋਈ ਸੇਵਾ ਬਖਸ਼ ਦੇਣ, ਕੋਈ ਸੇਵਾ ਲਾਉਣ। ਕਿਸੇ ਜਪਣ ਵਾਲੇ ਦੇ ਕਹੇ ਉੱਤੇ ਕਈ ਵਾਰ ਕੀਤਾ ਕਰਮ ਕਿਤੇ ਦੀ ਕਿਤੇ ਪਹੁੰਚਾ ਦਿੰਦਾ, ਕਿਤੇ ਕਥਾ ਕਰਨ ਜੋਗੇ ਨਾ ਰਹਿ ਜਾਈਏ। ਬੇਨਤੀ ਕੀਤੀ ਜੀ ਸੇਵਾ ਕੋਈ ਲਾ ਦਿਓ। ਉਹ ਜਿਹੜਾ ਮੋਹਰੇ ਗੱਲ ਕਰਾਉਂਦੇ ਨਾ ਸੇਵਾਦਾਰ ਗੜਵਈ ਰੱਖੇ ਹੋਏ, ਉਹ ਬਾਂਹ ਪਕੜ ਕੇ ਕਹਿੰਦੇ, ਗਿਆਨੀ ਜੀ ਹਾਂ ਗੱਲ ਨਾ ਕੋਵੇ ਬਚਨ ਲੈਣੇ। ਪੁੱਛਿਆ ਕਿਉਂ? ਕਹਿੰਦੇ ਐਵੇਂ ਨਾ ਕਹਿ ਦਿਓ ਕਿ ਜੀ ਕੋਈ ਸੇਵਾ ਲਾ ਦਿਓ। ਕਹਿੰਦੇ ਜੇ ਲਾਤੀ ਫਿਰ ਵੇਖ ਲਓ ਕਰਨੀ ਪੈਣੀ, ਹੋ ਸਕਦਾ ਉਹ ਕਹਿਣ ਵੀ ਇੱਥੇ ਰਹਿਣਾ 2 ਸਾਲ ਛੱਡ ਦਿਓ ਕਥਾ। ਕਹਿੰਦੇ ਛੱਡ ਦੋਗੇ? ਤੁਸੀਂ ਤਾਂ ਕੱਲ ਦਾ ਪ੍ਰੋਗਰਾਮ ਨਹੀਂ ਛੱਡਣਾ, ਤੁਸੀਂ ਤਾਂ ਡਹਿਰੀ ਚੁੱਕੀ ਫਿਰਦੇ ਹੋ, ਕੱਲ ਨੂੰ ਫਲਾਨੀ ਜਗ੍ਹਾ ਜਾਣਾ, ਉੱਥੇ ਜਾਣਾ। ਹੋ ਸਕਦਾ ਉਹ ਕਹਿਣ ਇੱਥੇ ਰਹੋ ਭਾਈ, ਜਾਣਾ ਨਹੀਂ ਕਿਤੇ। ਕਹਿੰਦੇ ਰਹਿ ਲਓਗੇ? ਸਾਲ ਸੇਵਾ ਲਾਤੀ 2 ਸਾਲ। ਮੈਂ ਕਿਹਾ ਜੀ ਇਹ ਤੇ ਔਖਾ। ਕਹਿੰਦੇ ਨਹੀਂ ਬਸ ਫਿਰ ਮੱਥਾ ਟੇਕੋ, ਸਤਿਕਾਰ ਕਰੋ, ਉੱਦਾਂ ਹੀ ਪਿਆਰ ਲਓ, ਇੱਦਾਂ ਹੀ ਠੀਕ ਹੈ। ਸੋ ਜਾਂ ਤਾਂ ਸੰਗਤ ਨਾ ਕਰੀਏ, ਜੇ ਸੰਗਤ ਕਰੀਏ ਫਿਰ ਬਹੁਤ ਜ਼ਿਆਦਾ ਸਾਧ ਸੰਗਤ ਦ੍ਰਿੜਤਾ ਵਾਲਾ ਗੁਰਸਿੱਖ ਗੁਰਮੁਖ ਪਿਆਰਾ ਚਾਹੀਦਾ। ਤਾਂ ਉਹ ਜਦੋਂ ਆ ਗਏ ਤੇ ਮਹਾਂਪੁਰਖ ਕਹਿੰਦੇ ਭਾਈ ਜਾਣਾ ਨਹੀਂ ਜਿੰਨੀ ਦੇਰ ਅਸੀਂ ਨਾ ਕਹੀਏ। ਕਹਿੰਦੇ ਜੀ 7 ਵਜਨ। ਸ਼ਾਮਾਂ ਪੈ ਗਈਆਂ, ਅਗਲੀ ਸਵੇਰ ਹੋ ਗਈ। ਤਾਂ ਅਗਲੇ ਸ਼ਾਮ ਨੂੰ ਮਨ ਕਾਹਲਾ ਪੈ ਗਿਆ, ਕਹਿੰਦਾ ਮੈਂ ਤਾਂ ਪਿੰਡੋਂ ਕੱਪੜੇ ਵੀ ਨਹੀਂ ਲਿਆਂਦੇ। ਤੇ ਹੱਥ ਜੋੜ ਕੇ ਜਦੋਂ ਬਾਬਾ ਜੀ ਸ਼ਾਮ ਨੂੰ ਬਾਹਰ ਨਿਕਲੇ, ਕਹਿੰਦੇ ਜੀ ਫਿਰ ਮੈਨੂੰ ਆਗਿਆ। ਕਹਿੰਦੇ ਨਹੀਂ ਭਾਈ ਜਦ ਭੇਜਣਾ ਹੋ ਭੇਜ ਦਾਂਗੇ। ਤਾਂ ਫਿਰ ਜਿਹੜੇ ਉਹਨਾਂ ਦੇ ਪਿੰਡੋਂ ਸੀ, ਤਾਇਆ ਜੀ ਲੱਗਦੇ, ਮਾਸੜ ਵੀ ਲੱਗਦੇ, ਉਹਨੇ ਕਿਹਾ, ਕਹਿੰਦੇ ਭਾਈ ਹੁਣ ਤੂੰ ਕੱਪੜੇ ਮੰਗਾ ਲਾ ਪਰਮਜੀਤ ਸਿੰਘ, ਹੁਣ ਕੋਈ ਪਤਾ ਨਹੀਂ ਕਦੋਂ ਆਗਿਆ ਮਿਲਣੀ। ਕਹਿੰਦੇ ਹੁਣ ਤੂੰ ਪਿੰਡੋਂ ਕੱਪੜੇ ਮੰਗਵਾ ਲਾ, ਹੁਣ ਕੋਈ ਪਤਾ ਨਹੀਂ ਆਗਿਆ ਕਦੋਂ ਮਿਲਣੀ ਹੈ। ਅਗਲੇ ਦਿਨ ਸਾਧ ਸੰਗਤ ਪਿੰਡੋਂ ਕੱਪੜੇ ਮੰਗਵਾ ਲਏ। 2 ਦਿਨ 4 ਦਿਨ 10 ਦਿਨ ਜਦੋਂ ਕਦੇ ਮੂਹਰੇ ਹੋ ਕੇ ਪੁੱਛਣ ਜੀ ਪਿੰਡ ਜਾਵਾਂ ਫਿਰ ਜੀ, ਕਹਿੰਦੇ ਜਦ ਭੇਜਣਾ ਹੋਊ ਭਾਈ ਦੱਸ ਦਾਂਗੇ, ਬਾਰ-ਬਾਰ ਨਹੀਂ ਪੁੱਛੀਦਾ। ਕਹਿੰਦੇ 7 ਵਜਨ। 2 ਮਹੀਨੇ ਗੁਜ਼ਰ ਗਏ ਤੇ ਸਾਧ ਸੰਗਤ ਇਸ ਵੇਲੇ 10:30 11 ਵਜੇ ਰਾਤ ਦੇ ਤੇ ਬਾਬਾ ਜੀ ਕੁੱਲੀ ਚੋਂ ਬਾਹਰ ਨਿਕਲ ਕੇ ਲੱਭਦੇ ਫਿਰਨ। ਕਹਿੰਦੇ ਭਾਈ ਉਹ ਜਹਾਜ਼ਾਂ ਵਾਲਾ ਕਿੱਥੇ ਬੰਦਾ? ਕਹਿੰਦੇ ਜੀ ਉਹ ਸੇਵਾ ਕਰਕੇ ਹੱਡੇ ਪਤੀਲੇ ਧੋ ਕੇ ਲੰਗਰ। ਕਹਿੰਦੇ ਛੇਤੀ ਬੁਲਾਓ। ਉਹਨੂੰ ਸੱਦਿਆ ਤੇ ਸੱਦ ਕੇ ਕਹਿੰਦੇ ਭਾਈ ਐਂ ਕਰ ਛੇਤੀ ਕਰੋ, ਇੱਥੇ ਕਿਸੇ ਦੀ ਗੱਡੀ ਲਓ, ਜਾਓ ਲੁਧਿਆਣੇ ਚਲੇ ਜਾਓ, ਉੱਥੇ ਫਲਾਨਾ ਡਾਕਟਰ ਹੈ, ਉਹ ਕਹਿੰਦੇ ਦਿਲ ਦਾ ਡਾਕਟਰ ਹੈ, ਇਲਾਜ ਲੂਜ ਕਰਦਾ, ਉਹਨੂੰ ਜਾ ਕੇ ਦਿਖਾ। ਕਹਿੰਦੇ ਬਾਬਾ ਜੀ ਮੈਨੂੰ ਤਾਂ ਹੋਇਆ ਹੀ ਨਹੀਂ ਕੁਛ। ਕਹਿੰਦੇ ਨਹੀਂ ਭਾਈ ਲੁਧਿਆਣੇ ਚੱਲ ਜਾਓ ਉਸ ਡਾਕਟਰ ਕੋਲ। ਕਹਿੰਦੇ ਬਾਬਾ ਜੀ ਮੈਨੂੰ ਕੁਛ ਹੋਇਆ ਹੀ ਨਹੀਂ, ਮੇਰਾ ਤਾਂ 2-4 ਦਿਨ ਤੋਂ ਮੋਢਾ ਜਿਹਾ ਦਰਦ ਕਰਦਾ। ਕਹਿੰਦੇ ਕੋਈ ਗੱਲ ਨਹੀਂ ਭਾਈ ਤੁਸੀਂ ਲੁਧਿਆਣੇ ਜਾਓ। ਇੰਨੀ ਗੱਲ ਕਹਿ ਕੇ ਕੁੱਲੀ 'ਚ ਵੜ ਗਏ। ਤੇ ਉਹ ਕਹਿੰਦੇ ਮੈਂ ਨਾਲ ਦੇ ਸੇਵਾਦਾਰ ਨੂੰ ਕਿਹਾ ਜਦ ਕੋਈ ਬਿਮਾਰੀ ਨਹੀਂ ਤਾਂ ਫਿਰ ਕਾਹਦੇ ਵਾਸਤੇ ਡਾਕਟਰ ਕੋਲ ਜਾਣਾ? ਜੇ ਬਾਬਾ ਜੀ ਕਹਿੰਦੇ ਚਲੋ ਸਵੇਰੇ ਚੱਲ ਜਾਂਗੇ, ਕਹਿੰਦਾ ਅਸੀਂ ਥੋੜ੍ਹੇ ਜਿਹਾ ਢਿੱਲੇ ਪੈ ਗਏ। 10 ਮਿੰਟ ਬਾਅਦ ਕੁੱਲੀ 'ਚੋਂ ਫਿਰ ਨਿਕਲ ਕੇ ਬਾਹਰ ਆ ਗਏ। ਕਹਿੰਦੇ ਭਾਈ ਤੁਸੀਂ ਗਏ ਨਹੀਂ ਹਜੇ, ਛੇਤੀ ਜਾਓ। ਕਹਿੰਦੇ ਫਿਰ ਮਰੂਤੀ ਉਹਨਾਂ ਕੋਲ ਗੱਡੀ ਸੀ, ਡੇਰੇ 'ਚ ਚਲੇ ਗਏ। ਰਾਤੀ 12:30 ਪੌਣੇ 1 ਵਜੇ ਜਾ ਕੇ ਡੁਗਰੀ ਉਹ ਡਾਕਟਰ ਨੂੰ ਠਾਲ ਲਿਆ ਲੁਧਿਆਣੇ। ਉਹਨੂੰ ਕਿਹਾ ਸਾਨੂੰ ਬਾਬਾ ਜੀ ਨੇ ਘੱਲਿਆ, ਚੈੱਕਅਪ ਕਰੋ। ਉਹ ਚੈੱਕਅਪ ਕਰਨ ਲੱਗ ਪਿਆ। ਤੁਸੀਂ ਹੈਰਾਨ ਹੋਵੋਗੇ, ਸਟੇਚਰ 'ਤੇ ਪਾਇਆ, ਚੈੱਕ ਕਰਦਿਆਂ ਉਹ ਕਹਿੰਦਾ ਅਚਾਨਕ ਪੂਰੇ ਕੱਪੜੇ ਤਰੇਲੀ ਆਈ, ਪਸੀਨੇ ਨਾਲ ਭਿੱਜ ਗਏ। ਉਹ ਡਾਕਟਰ ਨੇ ਕਿਹਾ ਛੇਤੀ ਐਮਰਜੈਂਸੀ ਲੈ ਜਾਓ, ਤੈਨੂੰ ਅਟੈਕ ਆ ਗਿਆ ਹਾਰਟ ਦਾ। ਡਾਕਟਰ ਦੇ ਕੋਲ ਬੈਠੇ ਹਾਰਟ ਦਾ ਅਟੈਕ ਆਇਆ। 4 ਵਜੇ ਤੱਕ ਸਾਧ ਸੰਗਤ ਤੋਂ ਇਲਾਜ ਕਰਦੇ ਰਹੇ। ਤਾਂ ਸਰਜਰੀ ਉਹ ਜੋ ਕੁਝ ਹੋਣਾ ਸੀ ਉਹਨਾਂ ਨੇ ਕੀਤਾ। ਤੇ ਸਵੇਰੇ 6:30 ਵਜੇ ਇੱਕ ਅਟੈਕ ਹੋਰ ਹੋ ਗਿਆ। ਉਹ ਡਾਕਟਰ ਹੈਰਾਨ ਸੀ, ਉਹ ਕਹਿੰਦਾ ਹੁਣ ਬਚਣ ਦਾ ਚਾਂਸ ਨਹੀਂ। ਤੇ ਤੀਜਾ ਅਟੈਕ ਜਦੋਂ ਹੋਇਆ ਤੇ ਸਾਧ ਸੰਗਤ ਤੋਂ ਬੰਦਾ ਪੂਰਾ ਹੋ ਗਿਆ। ਡਾਕਟਰ ਨੇ ਸਵੇਰੇ 9:30 ਵਜੇ ਨਾਲ ਦੇ ਬੰਦੇ ਨੂੰ, ਸੇਵਾਦਾਰ ਨੂੰ ਕਿਹਾ ਵੀ ਬੰਦਾ ਮਰ ਗਿਆ ਤੁਹਾਡਾ।
ਤੇ ਸਾਧ ਸੰਗਤ ਉਦੋਂ ਲੈਂਡਲਾਈਨ ਫੋਨ ਸੀ। ਉੱਥੋਂ ਡਾਕਟਰ ਦੇ ਹਸਪੀਟਲ ਤੋਂ ਉਹ ਸੇਵਾਦਾਰ ਨੇ ਫੋਨ ਕੀਤਾ ਡੇਰੇ, ਕਹਿੰਦੇ ਜੀ ਉਹ ਜਹਾਜ਼ਾਂ ਵਾਲਾ ਬੰਦਾ ਤਾਂ ਚੜ੍ਹਾਈ ਕਰ ਗਿਆ ਜੀ ਪਰਮਜੀਤ ਸਿੰਘ। ਡੇਰੇ 'ਚ ਰੌਲਾ ਪੈ ਗਿਆ। 10:30 ਵਜੇ ਮਹਾਂਪੁਰਸ਼ ਕੁੱਲੀ 'ਚੋਂ ਬਾਹਰ ਨਿਕਲੇ। ਉਹਨਾਂ ਨੂੰ ਫਿਰ ਉਹ ਡਰਦਿਆਂ ਗੜਵਈ ਨੇ ਦੱਸਿਆ, ਕਹਿੰਦੇ ਜੀ ਉਹ ਰਾਤੀ, ਕਹਿੰਦੇ ਹਾਂ ਭਾਈ ਸੱਚ ਉਹ ਰਾਤ ਵਾਲਿਆਂ ਦਾ ਕੀ ਹੋਇਆ ਜਿਹੜੇ ਲੁਧਿਆਣੇ ਇਕੱਲੇ? ਕਹਿੰਦੇ ਜੀ ਉਹ ਤਾਂ ਸਵੇਰੇ ਤੀਜਾ ਅਟੈਕ ਹੋ ਗਿਆ, ਉਹ ਤਾਂ ਮਰ ਗਿਆ ਜੀ। ਕਹਿੰਦੇ ਉਹ ਕਿੱਦਾਂ ਮਰ ਗਿਆ? ਕਹਿੰਦੇ ਬਾਬਾ ਜੀ ਉਹਨੂੰ ਨਾ ਹਾਰਟ ਅਟੈਕ ਹੋਇਆ। ਕਹਿੰਦੇ ਉਹ ਕੀ ਹੁੰਦਾ? ਕਹਿੰਦੇ ਜੀ ਉਹ ਡਾਕਟਰ ਕਹਿੰਦੇ ਵੀ ਤਾਂ ਦਿਲ ਕੰਮ ਕਰਨਾ ਛੱਡ ਗਿਆ ਤੇ ਦਿਲ ਹੁਣ ਕੰਮ ਨਹੀਂ ਕਰਦਾ, ਇਸ ਕਰਕੇ ਬਾਬਾ ਜੀ ਉਹ 9:30 ਵਜੇ 10 ਵਜੇ ਫੋਨ ਆ ਗਿਆ, ਉਹ ਪੂਰਾ ਹੋ ਗਿਆ। ਬਾਬਾ ਜੀ 2 ਮਿੰਟ ਚੁੱਪ ਰਹੇ ਤੇ 2 ਮਿੰਟਾਂ ਬਾਅਦ ਥੋੜਾ ਜਿਹਾ ਮੁਸਕਰਾ ਕੇ ਬੋਲੇ, ਕਹਿੰਦੇ ਭਾਈ ਉਹ ਡਾਕਟਰ ਨੂੰ ਫੋਨ ਕਰੋ, ਉਹਨੂੰ ਕੋ ਥੋੜਾ ਬਹੁਤਾ ਇਹਨੂੰ ਹਿਲਾ ਲੂ ਕੇ ਇਦਾਂ ਦੱਬ ਕੇ ਵੇਖੇ ਜੀ ਦਿਲ ਦਾ ਕੀ ਹੈ, ਕਦੇ ਦਿਲ ਬੰਦ ਹੋ ਜਾਂਦਾ, ਕਦੇ ਚੱਲ ਵੀ ਪੈਂਦਾ। ਕਹਿੰਦੇ ਕਹੋ ਡਾਕਟਰ ਨੂੰ ਮੜ ਜਾ ਹਿਲਾ ਹਲੂ ਕੇ ਦੇਖੇ ਦੱਬ ਕੇ। ਕਹਿੰਦੇ ਮਹਾਰਾਜ 7 ਵਜਨ। ਉੱਥੋਂ ਡਾਕਟਰ ਨੂੰ ਫੋਨ ਕੀਤਾ, ਕਹਿੰਦੇ ਬਾਬਾ ਜੀ ਨੇ ਕਿਹਾ ਇਹਨੂੰ ਦੱਬ ਕੇ ਦੇਖੋ ਹਿਲਾ ਕੇ, ਦਿਲ ਦਾ ਕੀ ਹੈ, ਦਿਲ ਕਦੇ ਬੰਦ ਹੋ ਜਾਂਦਾ ਕਦੇ ਚੱਲ ਵੀ ਪੈਂਦਾ। ਉਹ ਡਾਕਟਰ ਵੀ ਭਾਵਨਾ ਵਾਲਾ ਸੀ ਸਾਧ ਸੰਗਤ, ਉਹਨੇ ਜਾ ਕੇ ਫਿਰ ਉਸੇ ਤਰ੍ਹਾਂ ਪੰਪਿੰਗ ਕੀਤੀ ਉਹਨੂੰ ਚੈਸਟ ਤੋਂ, ਤੇ ਤੁਸੀਂ ਹੈਰਾਨ ਹੋਵੋਗੇ ਥੋੜੇ ਮਿੰਟਾਂ ਬਾਅਦ ਸਵਾਸ ਚੱਲ ਪਏ, ਦਿਲ ਚੱਲ ਪਿਆ, ਬੰਦਾ ਜਿਉਂਦਾ। ਅੱਜ ਬਾਬਾ ਜੀ ਹੰਸਾਲੀ ਵਾਲਿਆਂ ਦੀ ਜਗ੍ਹਾ ਉੱਤੇ ਸੇਵਾ ਕਰਦੇ, ਜਾ ਕੇ ਪੁੱਛ ਲਿਓ, ਸਰੀਰ ਜਿਉਂਦਾ। ਇਹ ਅਸੀਂ ਲੋਕ ਤਰਕ ਕਰ ਰਹੇ ਜਿਨ੍ਹਾਂ ਦੇ ਅੰਦਰ ਸਾਧ ਸੰਗਤ ਜੀ ਸ਼ਰਧਾ ਨਹੀਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ ਸਾਧੂ ਹੁੰਦਾ ਪਰ ਉਹ ਭਾਣੇ ਤੇ ਰਜਾ ਵਿੱਚ ਰਹਿੰਦਾ, ਉਹ ਰਾਹ ਜਾਂਦਿਆਂ ਨੂੰ ਐਵੇਂ ਜਿਉਂਦੇ ਨਹੀਂ ਕਰਦਾ ਫਿਰਦਾ, ਉਹ ਐਵੇਂ ਰੱਬ ਦੇ ਹੁਕਮ ਵਿੱਚ ਦਖਲ ਨਹੀਂ ਦਿੰਦਾ, ਉਹਦੇ ਹੁਕਮ ਵਿੱਚ ਚੱਲਦਾ। ਪ੍ਰਭ ਕਾ ਕੀਆ ਮਿੱਠਾ ਮਾਨੈ, ਪਰ ਜਦੋਂ ਉਹ ਦਖਲ ਦੇ ਦੇ ਫਿਰ ਸਾਧ ਸੰਗਤ ਰੱਬ ਨੂੰ ਤਬਦੀਲ ਕਰਨਾ ਪੈਂਦਾ ਸਭ ਕੁਝ। ਏਕ ਨਾਮ ਸੰਤ ਨੇ ਆਧਾਰ, ਹੋਏ ਰੇ ਸਭ ਕੀ ਪਗਸ਼ਾਰ। ਇੱਥੇ ਮਾੜੀ ਜੇ ਕਿਸੇ ਦੀ ਕੀਤੀ ਅਰਦਾਸ ਪੂਰੀ ਹੋ ਜਾਏ, ਉਹ ਸਾਰੀ ਉਮਰ ਸੁਣਾਉਂਦਾ ਰਹਿੰਦਾ, ਤੁਹਾਡੇ ਜਿਹੜਾ ਬੱਚਾ ਹੋਇਆ ਮੈਂ ਅਰਦਾਸ ਕੀਤੀ ਸੀ। ਪਰ ਸੰਤ ਦਾ ਸਾਧ ਸੰਗਤ ਦੁਨੀਆ ਵਿੱਚ ਰਹਿਤ ਹੀ ਵੱਖਰੀ ਹੈ। ਉਹ ਦੁਨੀਆ ਇੱਧਰ ਤੋਂ ਉੱਧਰ ਕਰਨ ਦੀ ਸਮਰੱਥਾ ਰੱਖਦੇ ਨੇ, ਪਰ ਉਹਨਾਂ ਦੀ ਰਸਨਾ ਤੋਂ ਕਦੇ ਨਹੀਂ ਸੁਣੋਗੇ ਮੈਂ ਕੀਤਾ। ਇੱਕੋ ਚੀਜ਼, ਹੋਏ ਰੇ ਸਭ ਕੀ ਪਗਸ਼ਾਰ, ਹੱਥ ਜੁੜੇ ਰਹਿੰਦੇ ਨੇ, ਉਹ ਦੁਨੀਆ ਨੂੰ ਕਹਿੰਦੇ ਨਹੀਂ ਕਦੇ ਮੈਂ ਕੀਤਾ। ਸਾਧ ਸੰਗਤ ਇਹ ਹੈ ਸੰਤ ਦੀ ਨਿਸ਼ਾਨੀ, ਸੰਤ ਕੀ ਰਹਿਤ ਸੁਣੋ ਮੇਰੇ ਭਾਈ, ਉਹਾਂ ਕੀ ਮਹਿਮਾ ਕਥਨ ਨਾ ਜਾਏ। ਫਿਰ ਉਹਨਾਂ ਕੋਲ ਕਿੱਡੀ ਵੱਡੀ ਪ੍ਰਾਪਰਟੀ, ਵਰਤਣ ਜਾ ਕੇ ਕੇਵਲ ਨਾਮ। ਉਹਨਾਂ ਦੇ ਕੋਲ ਵਰਤਣ ਵਾਸਤੇ ਧਨ ਦੌਲਤ ਪਦਾਰਥ ਸੰਸਾਰ ਦੇ ਲੋਕ ਨਹੀਂ, ਉਹਨਾਂ ਦੀ ਮਿਲ ਵਰਤੋਂ ਇੱਕੋ ਚੀਜ਼ ਹੈ, ਨਾਮ ਨਾਲ। ਉਹਨਾਂ ਨੂੰ ਜਪਣ ਵਾਲੇ ਪਿਆਰੇ ਲੱਗਦੇ ਨੇ, ਖੁਦ ਅਕਾਲ ਪੁਰਖ ਰੱਬ ਦੇ ਨਾਮ ਨਾਲ ਮਿਲ ਵਰਤੋਂ ਹੈ। ਇੱਕੋ ਚੀਜ਼ ਦੀ ਪ੍ਰਾਪਰਟੀ ਹੈ, ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ। ਤੇ ਸਾਧ ਸੰਗਤ ਉਹ ਜਪ ਜਪ ਕੇ ਇੰਨੇ ਵੱਡੇ ਹੋ ਜਾਂਦੇ ਨੇ, ਪਰ ਲੋਕਾਂ ਦੇ ਸਾਹਮਣੇ ਕਦੇ ਵੀ ਅਹੰਕਾਰ ਵਿੱਚ ਇਹ ਸ਼ਬਦ ਉਹਨਾਂ ਦੀ ਰਸਨਾ ਤੋਂ ਨਹੀਂ ਸੁਣੋਗੇ ਮੈਂ ਕੀਤਾ। ਹੋਏ ਰਹੇ ਸਭ ਕੀ ਪਗਸ਼ਾਰ, ਜੋ ਕੁਝ ਉਹਨਾਂ ਕੋਲੋਂ ਸਹਿ ਸੁਭਾਏ ਹੁੰਦਾ ਉਹ ਸਭ ਕੁਝ ਗੁਰੂ ਨੂੰ ਦੇ ਦਿੰਦੇ ਨੇ, ਆਪਣੇ ਆਪ ਨੂੰ ਵਿੱਚੋਂ ਕੱਢ ਲੈਂਦੇ ਨੇ। ਸੰਤ ਸੰਸਾਰ ਵਿੱਚ ਕਰਿੰਦਾ ਬਣ ਕੇ ਕੰਮ ਕਰਦਾ, ਕਦੇ ਧਿਰ ਬਣ ਕੇ ਨਹੀਂ। ਕਰਿੰਦੇ ਦਾ ਭਾਵ ਸਾਧ ਸੰਗਤ ਜਿਵੇਂ ਕਿਸੇ ਨੇ ਡਰਾਈਵਰ ਰੱਖਿਆ ਹੋਵੇ ਨਾ, ਉਹ ਸਾਰਾ ਦਿਨ ਸੈਂਕੜੇ ਹਜ਼ਾਰਾਂ ਕਿਲੋਮੀਟਰ ਗੱਡੀ ਡਰਾਈਵ ਕਰਦਾ, ਸ਼ਾਮਾਂ ਨੂੰ ਲਿਜਾ ਕੇ ਮਾਲਕ ਦੇ ਵਿਹੜੇ ਵਿੱਚ ਖੜੀ ਕਰ ਦਿੰਦਾ। ਟੁੱਟ ਭੱਜ ਮਾਲਕ ਦੀ ਹੈ, ਉਹ ਸਿਰਫ ਚਲਾਉਂਦਾ। ਇੱਦਾਂ ਸੰਤ ਦੁਨੀਆ ਵਿੱਚ ਵਰਤਦਾ। ਸਾਧ ਸੰਗਤ ਘਾਟਾ ਵੱਧਦਾ ਸਭ ਕੁਝ ਮਾਲਕ ਦਾ, ਉਹ ਕਰਿੰਦਾ ਬਣ ਕੇ ਕੰਮ ਕਰਦਾ, ਸਭ ਕੁਝ ਮਾਲਕ ਨੂੰ ਗੁਰੂ ਨੂੰ ਸੌਂਪ ਦਿੰਦਾ, ਆਪਣੇ ਆਪ ਨੂੰ ਵਿੱਚੋਂ ਕੱਢ ਲੈਂਦਾ, ਆਪਣੀ ਕੋਈ ਜ਼ਿੰਮੇਵਾਰੀ ਨਹੀਂ, ਕਿਉਂਕਿ ਉਹ ਆਪਣੀ ਹੋਂਦ ਰੱਖਦਾ ਹੀ ਨਹੀਂ। ਉਹਦੀ ਆਪਣੀ ਹੋਂਦ ਮਿਟ ਜਾਂਦੀ ਹੈ, ਉਹ ਉਹਦਾ ਰੂਪ ਹੋ ਜਾਂਦਾ। ਇਹਨੂੰ ਹਜ਼ੂਰ ਨੇ ਕਿਹਾ ਜਬ ਹਮ ਹੋਤੇ ਤਬ ਤੂੰ ਨਾਹੀ। ਜਿਹੜੇ ਕਹਿੰਦੇ ਰੱਬ ਕਿੱਥੇ ਕਿਵੇਂ ਜੀ ਐ ਹੋ ਜਾਂਦਾ, ਮੈਂ ਛੱਡੋਗੇ ਤਾਂ ਉਹ ਚੀਜ਼ ਨਜ਼ਰ ਆਏਗੀ ਨਾ, ਉਹਨਾਂ ਦੀ ਮਿਟ ਜਾਂਦੀ ਹੈ। ਜਬ ਹਮ ਹੋਤੇ ਤਬ ਤੂੰ ਨਾਹੀ,
अब तू ही मैं नाही, अनल गम जैसे लहर में उदत जल केवल जल माही। जिवें ਸਮੁੰਦਰ ਵਿੱਚ ਸਾਗਰ ਵਿੱਚ ਲਹਿਰਾਂ ਉੱਠਦੀਆਂ ਨੇ ਉਹਦੇ ਵਿੱਚ ਹੀ ਸਮਾ ਜਾਂਦੀਆਂ ਨੇ, ਐਦਾਂ ਸੰਤ ਅਕਾਲ ਪੁਰਖ ਦੇ ਵਿੱਚੋਂ ਉੱਠਦਾ, ਉਹਦੇ ਵਿੱਚ ਹੀ ਸਮਾਇਆ ਰਹਿੰਦਾ। ਸੰਤ ਕੋਲੋਂ ਜੋ ਕੁਝ ਵੀ ਹੁੰਦਾ ਉਹ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਭਾਣੇ ਵਿੱਚ ਉਹਦੇ ਵਿੱਚ ਹੀ ਰਹਿੰਦਾ। ਉਹ ਸੰਸਾਰ ਨਾਲ ਬਿਲਕੁਲ ਅਟੈਚਮੈਂਟ ਨਹੀਂ ਰੱਖਦਾ। ਸਰੀਰ ਸੰਸਾਰ ਵਿੱਚ ਰਹਿੰਦਾ ਪਰ ਉਹ ਖੁਦ ਕਿਸੇ ਹੋਰ ਦੁਨੀਆ ਵਿੱਚ ਰਹਿੰਦਾ, ਕਿਸੇ ਹੋਰ ਦੁਨੀਆ ਦਾ ਵਾਸੀ ਹੋ ਜਾਂਦਾ, ਕਿਸੇ ਹੋਰ ਮੰਡਲ ਵਿੱਚ ਰਹਿੰਦਾ ਜਿੱਥੇ ਉਹਦੇ ਉੱਤੇ ਨਿੰਦਿਆ, ਉਸਤਤ, ਵਾਧਾ ਘਾਟਾ, ਅਮੀਰੀ ਗਰੀਬੀ, ਦੁੱਖ ਸੁੱਖ, ਹਰਖ ਸੁੱਖ, ਖੁਸ਼ੀ ਗਮ, ਮਾਨ ਤੇ ਅਪਮਾਨ, ਇਹਨਾਂ ਚੀਜ਼ਾਂ ਦਾ ਅਸਰ ਹਟਣਾ ਬੰਦ ਹੋ ਜਾਂਦਾ। ਇੱਥੇ ਤੇ ਹੁਣ ਕੱਲ ਕਲੇਸ਼ ਫੇਸਬੁੱਕ ਤੇ ਇੰਨਾ ਪਿਆ, ਇਹਨੂੰ ਕਲੇਸ਼ ਬੁੱਕ ਹੀ ਕਹੋ। ਇੱਕ ਤੁਸੀਂ ਬੋਲ ਕੇ ਵੇਖੋ, ਨਾਲ 20 ਜਵਾਬ ਸਵੇਰੇ ਕਮੈਂਟ। ਸਾਧ ਸੰਗਤ ਜਿੰਨੀ ਕਥਾ ਕਰਦੀ ਆ ਵੀ ਜਦੋਂ ਨੈੱਟ ਤੇ ਪੈਣੀ ਨਾ, ਤਰਕ ਵਾਲਿਆਂ ਬੜਾ ਕੁਝ ਕਰਨਾ ਹੈ, ਪਰ ਅਸੀਂ ਇੱਕੋ ਤਰੀਕਾ ਭਾਲਿਆ ਹੋਇਆ, ਨਾ ਫੇਸਬੁੱਕ ਪੜ੍ਹੋ ਤੇ ਨਾ ਕਿਸੇ ਨੂੰ ਜਵਾਬ ਦਿਓ, ਫਿਰ ਤੁਸੀਂ ਸ਼ਾਂਤ ਰਹੋਗੇ। ਜੇ ਪੜ੍ਹਨ ਲੱਗ ਪਏ, ਜਿਹੜੇ ਸੰਸਾਰੀ ਤੌਰ ਤੇ ਜਿੰਨਾ ਕੱਲ ਕਲੇਸ਼ ਹੈ, ਸਾਧ ਸੰਗਤ ਹੰਕਾਰ ਕਰਕੇ ਪਿਆ ਹੋਇਆ, ਤੁਸੀਂ ਕੱਢ ਕੇ ਵੇਖੋ ਕਿੰਨਾ ਰੌਲਾ ਹੈ। ਇਹ ਤਾਂ ਸਤਿਗੁਰੂ ਕਿਰਪਾ ਕਰੇ, ਜਿਨ੍ਹਾਂ ਨੂੰ ਅੰਦਰੋਂ ਸੋਝੀ ਆ ਗਈ ਉਹ ਇਸ ਕਲੇਸ਼ ਵਿੱਚ ਪੈਂਦੇ ਨਹੀਂ। ਉਹਨਾਂ ਨੂੰ ਪਤਾ ਹੈ ਭਾਵੇਂ ਬੁਰਾ ਕਹੋ ਭਾਵੇਂ ਭਲਾ ਕਹੋ, ਹਮ ਤਨ ਦਿਓ ਹੈ ਢਾਰ। ਸੋ ਸਾਧੂ ਉਹਨੂੰ ਕਹਿੰਦੇ ਨੇ ਜਿਹਦੇ ਉੱਤੇ ਇਹਨਾਂ ਚੀਜ਼ਾਂ ਦਾ ਅਸਰ ਹੋਣਾ ਬੰਦ ਹੋ ਜਾਏ। ਇਹਨੂੰ ਗੁਰੂ ਤੇਗ ਬਹਾਦਰ ਮਹਾਰਾਜ ਨੇ ਕਿਹਾ ਉਹ ਹੋਰ ਦੁਨੀਆ ਦਾ ਵਾਸੀ ਕਿਵੇਂ ਜੀ? ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਕਿ ਉਹਦੇ ਉੱਤੇ ਮਹਾਨ ਅਪਮਾਨ, ਉਸਤਤ, ਨਿੰਦਿਆ, ਹਰਖ ਸੋਖ, ਖੁਸ਼ੀ ਗਮ, ਇਹਨਾਂ ਚੀਜ਼ਾਂ ਦਾ ਅਸਰ ਹੀ ਨਹੀਂ ਹੁੰਦਾ। ਤਾਈਓ ਹਜ਼ੂਰ ਨੇ ਕਿਹਾ ਉਸਤਤ ਨਿੰਦਾ ਦੋ ਤਿਆਗੈ। ਦੁਨੀਆ ਦੀ ਵਡਿਆਈ ਕਰੇ ਨਹੀਂ ਲੈਂਦੇ, ਸੰਸਾਰ ਉਹਦੀ ਨਿੰਦਿਆ ਕਰਨ ਲੱਗ ਜਾਏ ਉਹ ਤਾਂ ਅਸਰ ਹੀ ਨਹੀਂ ਹੁੰਦਾ। ਇੱਕ ਦਿਨ ਅੱਗੇ ਵੀ ਇੱਕ ਸਾਲ ਮੈਂ ਇੱਥੋਂ ਬੇਨਤੀ ਕੀਤੀ ਸੀ, ਜਿਹਦੇ ਉੱਤੇ ਉਸਤਤ ਦਾ ਅਸਰ ਹੈ ਉਹਦੇ ਉੱਤੇ ਨਿੰਦਿਆਂ ਦਾ ਵੀ ਅਸਰ ਹੈ। ਆਹ ਸਿਆਪੇ ਸਭ ਵਡਿਆਈ ਦੇ ਪਏ ਹੋਏ। ਸਾਧ ਸੰਗਤ ਜਦੋਂ ਲੱਖਾਂ ਲੋਕ ਵਡਿਆਈ ਕਰਦੇ ਨੇ ਬੰਦਾ ਫੁੱਲ ਜਾਂਦਾ। ਹੁਣ 4 ਕੁ ਬੰਦੇ ਨਿੰਦਿਆ ਕਰਦੇ ਨੇ, ਹੁਣ ਵੇਖੋ ਹਾਲ ਕੀ ਹੈ, ਹੁਣ ਤੜਫ ਰਹੇ ਨੇ। ਇਸ ਲਈ ਸਾਧੂ ਦੇ ਅੰਦਰ ਪਾਤਸ਼ਾਹ ਨੇ ਬਾਣੀ ਅੰਦਰ ਬਚਨ ਕਿਹਾ, ਉਹਦਾ ਲਾਈਫ ਸਟਾਈਲ, ਉਹਦੀ ਜੀਵਨ ਰਹਿਤ ਇਸ ਤਰ੍ਹਾਂ ਦੀ ਹੈ ਕਿ ਉਸਤਤ ਨਿੰਦਾ ਦੋ ਤਿਆਗੈ, ਖੋਜੈ ਪਦ ਨਿਰਵੰਨਾ, ਜਨ ਨਾਨਕ ਖੇਲ ਕਠਿਨ ਹੈ ਕਿਨਹੂ ਗੁਰਮੁਖ ਜਾਨਾ। ਇਹ ਕੋਈ ਵਿਰਲਾ ਜਾਣਦਾ, ਦੋਵੇਂ ਚੀਜ਼ਾਂ ਤਿਆਗ ਦੇਣੀਆਂ। ਜਿਨ੍ਹਾਂ ਦੀ ਯਾਦ ਵਿੱਚ ਬੈਠੇ ਹੋ, ਮੈਨੂੰ ਇਹ ਗੱਲ ਸੁਣਾ ਕੇ ਬੜਾ ਆਨੰਦ ਆਉਂਦਾ ਹੈ, ਉਹ ਸਮਕਸ਼ ਮੈਂ ਤੁਹਾਡੇ ਕਰਾਂ, ਫਿਰ ਸਮਾਪਤੀ ਹੈ। ਸਾਧ ਸੰਗਤ ਨਾ ਉਸਤਤ ਤੇ ਨਾ ਨਿੰਦਿਆ, ਦੋਵੇਂ ਚੀਜ਼ਾਂ ਨਹੀਂ। ਕਦੇ ਸ਼ਬਦ ਪੜ੍ਹੋ ਬਾਣੀ ਦੇ ਅੰਦਰ, ਇਸ ਸ਼ਬਦ ਵਿੱਚ ਵੀ ਆਇਆ ਉਸਤਤ ਨਿੰਦਾ ਦੋ ਤਿਆਗੈ। ਇੱਕ ਸ਼ਬਦ ਅਕਸਰ ਤੁਸੀਂ ਸੁਣਦੇ ਹੋ ਜਦੋਂ ਬੱਚੇ ਤੇ ਬੱਚੀ ਦਾ ਆਨੰਦ ਕਾਰਜ ਹੁੰਦਾ ਹੈ, ਜਦੋਂ ਕੋਈ ਬੱਚੀ ਪਤੀ ਵਾਲੀ ਬਣਦੀ ਹੈ, ਜਦੋਂ ਕੋਈ ਜਪਣ ਵਾਲਾ ਗੁਰਮੁਖ ਰੱਬ ਵਾਲਾ ਸੁਹਾਗਣ ਬਣਦੀ ਹੈ, ਤੇ ਸਾਧ ਸੰਗਤ ਉਹ ਤੋਂ ਪਹਿਲਾਂ ਸ਼ਰਤ ਹੈ, ਉਹ ਸ਼ਰਤ ਵਿੱਚ ਵੀ ਉਸਤਤ ਸ਼ਬਦ ਪਹਿਲਾਂ, ਨਿੰਦਿਆ ਸ਼ਬਦ ਬਾਅਦ ਵਿੱਚ। ਗੁਰੂ ਕੇ ਕੀਰਤਨੀ ਉਦੋਂ ਪੜ੍ਹਨਗੇ ਜਦੋਂ ਪਿਓ ਉੱਠ ਕੇ ਧੀ ਨੂੰ ਪਤੀ ਦੇ ਹਵਾਲੇ ਕਰਦਾ, ਪੱਲਾ ਪਕੜਾਉਂਦਾ, ਉਦੋਂ ਸ਼ਬਦ ਪੜ੍ਹਿਆ ਜਾਂਦਾ ਉਸਤਤ ਨਿੰਦਾ ਨਾਨਕ ਜੀ, ਮੈਂ ਹੱਬ ਵੰਝਾਈ ਛੋੜਿਆ ਹੱਬ ਕਿਛ ਤਿਆਗੀ, ਹੱਬੇ ਸਾਕੋ ਕੁੜਾਵੜੇ ਡਿੱਠੇ ਤੋਂ ਪੱਲੇ ਤੈਂਡੇ ਲੱਗੀ। ਪਰ ਪੱਲੇ ਲੱਗਣ ਤੋਂ ਪਹਿਲਾਂ ਕੀ ਸ਼ਰਤ ਹੈ? ਉਸਤਤ ਨਿੰਦਾ ਨਾਨਕ ਜੀ, ਦੋਵੇਂ ਛੱਡਣੇ ਪੈਣਗੇ। ਮੈਂ ਹੱਬ ਵੰਝਾਈ ਛੋੜਿਆ, ਭਾਈ ਉਸਤਤ ਵੀ ਛੱਡ ਦੇ, ਦੁਨੀਆ ਦੀ ਵਡਿਆਈ ਨਾ ਲੈ, ਤੇ ਨਿੰਦਿਆ ਆਪਣੇ ਆਪ ਛੁੱਟ ਜਾਏਗੀ, ਤੇਰੇ ਤੇ ਨਿੰਦਿਆ ਦਾ ਅਸਰ ਹੀ ਨਹੀਂ ਹੋਣਾ। ਬਾਬਾ ਜੀ ਨੂੰ ਕਿਸੇ ਨੇ ਰਾੜਾ ਸਾਹਿਬ ਆ ਕੇ ਕਿਹਾ, ਸੇਵਾਦਾਰ ਨੇ, ਕਹਿੰਦੇ ਬਾਬਾ ਜੀ ਪਤਾ ਲੱਗਾ ਕੋਈ? ਕਹਿੰਦੇ ਕਿਹੜੀ ਗੱਲ ਦਾ? ਕਹਿੰਦੇ ਮਹਾਰਾਜ ਤੁਹਾਡੀ ਨਿੰਦਿਆ ਹੀ ਬਹੁਤ ਹੋ ਰਹੀ ਹੈ। ਕਹਿੰਦੇ ਕੀ ਗੱਲ ਹੋਈ? ਕਹਿੰਦੇ ਮਹਾਰਾਜ ਕਿਸੇ ਬੰਦੇ ਨੇ ਮੋਟੇ ਮੋਟੇ ਅੱਖਰਾਂ 'ਚ ਪਰਚੇ ਛਪਾ ਕੇ ਲਾਤੇ ਤੁਹਾਡੇ ਕਿ ਰਾੜਾ ਸਾਹਿਬ ਨਹਿਰ 'ਤੇ ਜੀ ਇੱਕ ਸੰਤ ਰਹਿੰਦੇ ਨੇ, ਉਹ ਲੋਕਾਂ ਨੂੰ ਦੁੱਧ ਪੁੱਤ ਦੀ ਦਾਤ ਦਿੰਦੇ ਜੀ, ਉਹ ਇਸ ਤਰ੍ਹਾਂ ਜੀ।
ਕਹਿੰਦੇ ਜੀ ਬੜੀ ਤੁਹਾਡੀ ਇਸ ਤਰ੍ਹਾਂ ਪਰਚੇ ਲਾਏ। ਮਹਾਂਪੁਰਸ਼ ਹੱਸ ਪਏ, ਕਹਿੰਦੇ ਚੰਗੀ ਗੱਲ ਹੈ, ਐਡਵਰਟਾਈਜ਼ਮੈਂਟ ਹੋ ਰਹੀ ਹੈ, ਚੰਗੀ ਗੱਲ ਹੈ ਭਾਈ, ਮਸ਼ਹੂਰੀ ਹੋ ਰਹੀ ਹੈ। ਚਿਹਰੇ ਉੱਤੇ ਕੋਈ ਉਦਾਸੀ, ਕੋਈ ਕ੍ਰੋਧ ਨਹੀਂ। ਆਮ ਬੰਦੇ ਨੂੰ ਪਤਾ ਲੱਗ ਜਾਏ ਨਾ ਵੀ ਤੇਰੇ ਬਾਰੇ ਆਹ ਕੁਝ ਲੱਗਿਆ ਅਖਬਾਰ ਵਿੱਚ, ਤਾਂ ਫਿਰ ਉਹਦਾ ਚਿਹਰਾ ਵੇਖਣ ਵਾਲਾ ਹੁੰਦਾ। ਮਹਾਂਪੁਰਸ਼ ਹੱਸ ਪਏ, ਕਹਿੰਦੇ ਕੋਈ ਗੱਲ ਨਹੀਂ ਭਾਈ, ਐਡਵਰਟਾਈਜ਼ਮੈਂਟ ਹੋ ਰਹੀ ਹੈ, ਮਸ਼ਹੂਰੀ ਹੋ ਰਹੀ ਹੈ। ਥੋੜ੍ਹੇ ਦਿਨ ਲੰਘ ਗਏ। 5-4 ਦਿਨਾਂ ਬਾਅਦ ਖਟੜੇ ਵਾਲੇ ਰਸਤੇ ਜਦੋਂ ਰਾੜਾ ਸਾਹਿਬ ਨੂੰ ਆ ਰਹੇ ਸੀ ਤੇ ਸਾਹਮਣੇ ਬੰਦਾ ਵੇਖਿਆ ਸਾਈਕਲ ਤੇ ਆਉਂਦਾ। ਸੇਵਾਦਾਰ ਨੂੰ ਕਹਿੰਦੇ ਰੁਕੀ, ਉਹ ਬੰਦਾ ਆਉਂਦਾ। ਰੁਕਿਆ ਤਾਂ ਉਹਨੇ ਅਜੇ ਵੀ ਪੋਸਟਰ ਪਿੱਛੇ ਰੱਖੇ ਹੋਏ, ਲੇਡੀ ਵਾਲਾ ਡੋਲੂ ਆਟੇ ਵਾਲਾ ਉਹ ਵੀ ਮੂਹਰੇ ਟੰਗਿਆ ਹੋਇਆ, ਅਜੇ ਵੀ ਪੋਸਟਰ ਲਾਉਂਦਾ। ਕਹਿੰਦੇ ਮਹਾਂਪੁਰਸ਼ ਗਰਮੀ ਦੇ ਦਿਨ ਤੇ ਗੱਡੀ ਚੋਂ ਬਾਹਰ ਨਿਕਲ ਆਇਆ। ਉਹ ਸਾਈਕਲ ਵਾਲਾ ਡਰ ਗਿਆ, ਬੰਦਾ ਪੋਸਟਰ ਲਾਉਣ ਵਾਲਾ। ਉਹਨੂੰ ਤਾਂ ਕਿਸੇ ਨੇ ਪੈਸੇ ਦੇ ਕੇ ਕਿਹਾ ਸੀ ਪੋਸਟਰ ਪਿੰਡ ਪਿੰਡ ਘੁੰਮ ਕੇ ਲਾ ਦੇ। ਤੇ ਮਹਾਂਪੁਰਸ਼ਾਂ ਕਿਹਾ ਭਾਈ ਦੇਖ ਕਿੰਨੀ ਗਰਮੀ ਹੈ, ਤੇਰੇ ਕੱਪੜੇ ਪਸੀਨੇ ਨਾਲ ਭਿੱਜੇ, ਤੂੰ ਕਿੰਨਾ ਔਖਾ ਹੋ ਰਿਹਾ ਸਾਈਕਲ ਤੇ। ਕਹਿੰਦੇ ਆ ਸਾਡੇ ਨਾਲ ਗੱਡੀ 'ਚ ਬੈਠ, ਜਿਹੜੇ ਪਿੰਡ ਕਹੇਗਾ, ਜਿਹੜੇ ਮੋੜ ਤੇ, ਜਿਹੜੇ ਬੋਰਡ ਦੇ ਦਰਖਤ ਕੋਲ, ਜਿੱਥੇ ਕਹੇਗਾ ਆਪਾਂ ਆਪ ਲਾਵਾਂਗੇ, ਤੂੰ ਔਖਾ ਕਿਉਂ ਹੁੰਦਾ। ਸੇਵਾਦਾਰ ਨੂੰ ਕਿਹਾ ਭਾਈ ਇਹਦਾ ਸਾਈਕਲ ਲੈ ਲਓ, ਆਪ ਵਿੱਚ ਬਿਠਾਇਆ। ਉਹ ਰੋਵੇ, ਕਹਿੰਦਾ ਜੀ ਨਹੀਂ ਮੇਰੇ ਤੋਂ ਗਲਤੀ ਹੋ ਗਈ। ਕਹਿੰਦੇ ਨਾ ਭਾਈ, ਜਿੱਥੇ ਤੂੰ ਕਵੇਂ ਆਪਾਂ ਤੇਰੇ ਨਾਲ ਚੱਲਦੇ, ਆਪਾਂ ਖੁਦ ਲਾਵਾਂਗੇ ਪਰਚੇ। ਬੜਾ ਹੈਰਾਨ ਹੋ ਗਿਆ। ਮਹਾਂਪੁਰਸ਼ਾਂ ਨੇ ਇੱਕੋ ਹੀ ਦ੍ਰਿਸ਼ਟੀ ਗੱਡੀ ਵਿੱਚ ਬੈਠਿਆਂ ਉਹਦੇ ਵੱਲ ਨਜ਼ਰ ਭਰ ਕੇ ਪਾਈ। ਬਸ ਦ੍ਰਿਸ਼ਟ ਪੈਂਦਿਆਂ ਸਾਰ ਉਹ ਹਜ਼ਾਰੋਂ ਹਜ਼ਾਰ ਅੰਦਰੋਂ ਰੋ ਪਿਆ। ਕਹਿੰਦਾ ਜੀ ਮੈਂ ਤਾਂ ਚੰਦ ਪੈਸਿਆਂ ਲਈ ਇਹ ਪਾਪ ਕਰ ਰਿਹਾ। ਮਹਾਂਪੁਰਸ਼ਾਂ ਹੱਸ ਕੇ ਕਿਹਾ ਭਾਈ ਨਿੰਦਿਆ ਤਾਂ ਖਾਕ ਮਿੱਟੀ ਦੀ ਵੀ ਮਾੜੀ ਹੈ, ਅਸੀਂ ਤਾਂ ਫਿਰ ਗੁਰੂ ਨਾਨਕ ਦੀ ਬਾਣੀ ਸੁਣਾਉਣ ਵਾਲੇ। ਨਿੰਦਿਆ ਤਾਂ ਖਾਕ ਦੀ ਵੀ ਮਾੜੀ ਹੈ, ਅਸੀਂ ਤਾਂ ਫਿਰ ਗੁਰੂ ਨਾਨਕ ਦੇ ਘਰ ਦੀ ਬਾਣੀ ਸੁਣਾਉਂਦੇ ਆ। ਇਹ ਨਿੰਦਿਆ ਬੰਦੇ ਨੂੰ ਨਰਕ ਵਿੱਚ ਲੈ ਜਾਂਦੀ ਹੈ। ਸਰ ਪਰ ਜਾਨੋ ਨਰਕ ਹੀ ਪਰੈ, ਇੰਨੀ ਗੱਲ ਕਹਿਣ ਦੀ ਦੇਰ ਬਸ ਚਰਨੀ ਢਹਿ ਪਿਆ। ਉਹ ਪਰਚੇ ਤੇ ਲੇੜਨੀ ਵਾਲਾ ਡੋਲੂ ਰਾੜਾ ਸਾਹਿਬ ਵਾਲੀ ਨਹਿਰ 'ਚ ਸੁੱਟਿਆ ਤੇ ਸਾਧ ਸੰਗਤ ਪਰਤ ਕੇ ਮਹਾਂਪੁਰਸ਼ਾਂ ਕੋਲ ਸੇਵਾ ਕੀਤੀ। ਥੋੜ੍ਹੇ ਸਾਲਾਂ ਬਾਅਦ ਲੋਕ ਉਹਨੂੰ ਵੀ ਬਾਬਾ ਜੀ ਕਹਿਣ ਲੱਗ ਪਏ। ਸਾਧੂ ਦੇ ਕੋਲ ਇਹ ਚੀਜ਼ ਹੈ, ਉਹ ਨਿੰਦਕ ਨੂੰ ਵੀ ਤਾਰ ਦਿੰਦਾ ਹੈ। ਸੁਖਮਨੀ ਸਾਹਿਬ ਦਾ ਪਾਠ ਪੜ੍ਹੋ, ਤੁਸੀਂ ਜਾਪ ਕਰਦੇ ਰਹਿੰਦੇ ਹੋ। ਪਾਤਸ਼ਾਹ ਨੇ ਬਚਨ ਕਹੇ ਸੰਤ ਕਿਰਪਾਲ ਕਿਰਪਾ ਜੇ ਕਰੈ, ਨਾਨਕ ਸੰਤ ਸੰਗ ਨਿੰਦਕ ਭੀ ਤਰੈ। ਸਾਧੂ ਦੀ ਸੰਗਤ ਕਰਕੇ ਕੋਈ ਨਿੰਦਕ ਵੀ ਤਰ ਸਕਦਾ, ਨਹੀਂ ਤੇ ਬਾਣੀ ਅੰਦਰ ਕਿਹਾ ਨਿੰਦਕ ਕਾ ਦਾਰੂ ਨਾ ਹੈ। ਪਰ ਜੇ ਸਾਧੂ ਨੂੰ ਦ੍ਰਿਸ਼ਟੀ ਅੰਦਰ ਪ੍ਰੇਮ ਭਰਦਾ, ਉਹਦੀ ਦ੍ਰਿਸ਼ਟੀ ਵਿੱਚ ਇੰਨਾ ਕੁਝ ਹੈ, ਤੇ ਸਾਧ ਸੰਗਤ ਉਹ ਮਹਾਂਪੁਰਸ਼ ਜਿਨ੍ਹਾਂ ਦੀ ਯਾਦ ਵਿੱਚ ਜੁੜ ਬੈਠੇ ਹੋ, ਨਾ ਉਹਨਾਂ ਉੱਤੇ ਨਿੰਦਿਆ ਦਾ ਅਸਰ, ਨਾ ਉਸਤਤ ਦਾ ਅਸਰ। ਬਾਬਾ ਜੀ ਨੇ ਤਾਂ ਇੰਨਾ ਕੁਝ ਆਨੰਦ ਮਾਣਿਆ ਨਾਲ ਰਹਿ ਕੇ। ਕਹਿੰਦੇ ਨੇ ਗੜਵਈ ਦੇ ਮਨ ਵਿੱਚ ਆਇਆ, ਹਰ ਰੋਜ਼ ਰਾਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੁਖਾਸਣ ਸਮਾਪਤੀ ਹੁੰਦੀ ਹੈ ਤੇ ਬਾਬਾ ਜੀ ਸੱਚਖੰਡ ਵਿੱਚ ਬਹਿ ਜਾਂਦੇ ਨੇ ਜਾ ਕੇ। 1 ਘੰਟਾ 1.5 ਘੰਟਾ 2 ਘੰਟੇ ਅੰਦਰ ਭਗਤੀ ਕਰਦੇ ਨੇ, ਸਿਮਰਨ ਕਰਦੇ, ਬਾਣੀ ਪੜ੍ਹਦੇ, ਕੀ ਕਰਦੇ। ਉਹ ਸੇਵਾਦਾਰ ਨੇ ਕਿਹਾ ਅੱਜ ਵੇਖਣਾ। ਕਹਿੰਦੇ ਨੇ ਰੋਸ਼ਨਦਾਨ ਵਿੱਚੋਂ ਵੇਖਿਆ, ਨਾ ਬਾਬਾ ਜੀ ਸਿਮਰਨ ਕਰ ਰਹੇ ਨੇ, ਨਾ ਚੌਂਕੜਾ ਮਾਰ ਕੇ ਬਾਣੀ ਪੜ੍ਹ ਰਹੇ ਨੇ, ਨਾ ਭਗਤੀ ਕਰ ਰਹੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਲੰਗ ਦੇ ਕੋਲ ਕੀ ਕਰਦੇ ਨੇ। ਬਾਬਾ ਈਸ਼ਰ ਸਿੰਘ ਜੀ ਹੱਥ ਜੋੜ ਕੇ ਅਰਦਾਸ ਕਰ ਰਹੇ ਨੇ, 20-20 ਮਿੰਟ ਅਰਦਾਸ, ਫਿਰ ਮੱਥਾ ਟੇਕਣਾ, 20-20 ਮਿੰਟ ਸਿਰ ਝੁਕਿਆ ਰਹਿਣਾ, ਫਿਰ ਉੱਠ ਕੇ ਅਰਦਾਸ, ਫਿਰ ਮੱਥਾ ਟੇਕਿਆ, ਫਿਰ ਅਰਦਾਸ। ਸੇਵਾਦਾਰ ਹੈਰਾਨ ਹੈ, ਬਾਰ-ਬਾਰ ਅਰਦਾਸ ਕਰਦੇ ਨੇ, ਇੰਨੇ ਮਿੰਟ ਸਿਰ ਝੁਕਾ ਕੇ ਮੱਥਾ ਟੇਕਦੇ। ਤੇ ਜਦੋਂ ਬਾਬਾ ਜੀ 1.5-2 ਘੰਟੇ ਬਾਅਦ ਬਾਹਰ ਨਿਕਲੇ, ਤੇ ਬਾਹਰ ਨਿਕਲ ਕੇ ਕਹਿੰਦੇ ਭਾਈ ਤੁਸੀਂ ਵੀ ਹੁਣ ਆਰਾਮ ਕਰ ਲਓ, ਫਿਰ ਅੰਮ੍ਰਿਤ ਵੇਲੇ ਉੱਠਣਾ। ਉਹ ਸੇਵਾਦਾਰ ਚਲਾ ਗਿਆ, ਗੜਵਈ ਸੀ। ਅਗਲੇ ਦਿਨ ਦੀਵਾਨ ਤੇ ਗਏ, ਮਨ ਬੜਾ ਵਿਰਾਗ ਨਾਲ ਭਰਿਆ। ਆਪਣੇ ਮਨ ਅੰਦਰ ਆਪਣੇ ਆਪ ਨੂੰ ਕੋਸਦਾ, ਤੇਰੇ ਗੜਬਈ ਹੋਣ ਤੇ ਲਾਹਨਤ ਹੈ, ਤੈਨੂੰ ਸੰਤ ਉੱਤੇ ਸ਼ੱਕ ਨਹੀਂ ਸੀ ਕਰਨੀ ਚਾਹੀਦੀ। ਜੇ ਵੇਖਣਾ ਫਿਰ ਜਾ ਤੇ ਪੁੱਛ ਕੇ ਵੇਖ, ਨਹੀਂ ਤੇ ਸੰਤ ਉੱਤੇ ਸ਼ੱਕ ਨਹੀਂ ਸੀ ਕਰਨੀ ਚਾਹੀਦੀ। ਗੜਵਈ ਹੋਵੇਂ ਤੇ ਸ਼ੱਕ ਕਰੇ। ਤੇ ਕਹਿੰਦੇ ਮਨ ਅੰਦਰੋਂ ਵਿਰਾਗ 'ਚ ਭਰਿਆ, ਅੱਖਾਂ ਭਰੀਆਂ ਹੋਈਆਂ। ਪਿੱਛੇ ਬੈਠ ਮਹਾਂਪੁਰਸ਼ਾਂ ਨੇ ਵਿੱਚ ਬੈਠਿਆਂ ਗੱਡੀ ਦੇ ਆਵਾਜ਼ ਦੇ ਕੇ ਕਿਹਾ, ਕਹਿੰਦੇ ਫਿਰ ਕੀ ਹੋਇਆ ਭਾਈ, ਰੋਂਦਾ ਕਿਉਂ ਹੈ, ਜੋ ਵੇਖਣਾ ਸੀ ਤੂੰ ਵੇਖ ਹੀ ਲਿਆ। ਫਿਰ ਤਾਂ ਭੁੱਬ ਨਿਕਲ ਗਈ ਨਾ, ਵੀ ਇੰਨੇ ਅੰਤਰਜਾਮੀ ਵੀ ਹੋ ਸਕਦੇ।
ਸਭ ਕੁਝ ਜਾਣਦਾ। ਕਹਿੰਦੇ ਬਾਬਾ ਜੀ ਗਲਤੀ ਹੋ, ਕਹਿੰਦੇ ਨਹੀਂ ਭਾਈ ਚੰਗਾ ਸ਼ੰਕਾ ਨਿਕਲ ਗਿਆ। ਸ਼ੰਕਾ ਨਿਕਲ ਜਾਣਾ ਚਾਹੀਦਾ, ਚੰਗੀ ਗੱਲ ਹੈ ਤੇਰਾ ਸ਼ੰਕਾ ਦੂਰ ਹੋ ਗਿਆ। ਕਹਿੰਦੇ ਜੀ ਉਹ ਤਾਂ ਦੂਰ ਹੋ ਗਿਆ ਪਰ ਇੱਕ ਸ਼ੰਕਾ ਪੈ ਗਿਆ। ਕਹਿੰਦੇ ਦੱਸ ਕੀ? ਕਹਿੰਦੇ ਮਹਾਰਾਜ ਪਹਿਲਾਂ ਤਾਂ ਮੇਰੀ ਗਲਤੀ ਮਾਫ ਕਰ ਦਿਓ ਕਿ ਮੈਂ ਚੋਰੀ ਵੇਖਿਆ ਕਿ ਸੱਚਖੰਡ ਵਿੱਚ ਤੁਸੀਂ ਕੀ ਕਰਦੇ ਹੋ, ਇਸ ਤਰ੍ਹਾਂ ਚਾਹੀਦਾ ਨਹੀਂ ਸੀ। ਤੇ ਦੂਜੀ ਬੇਨਤੀ ਸ਼ੰਕਾ ਇਹ ਪੈ ਗਿਆ, ਮੈਂ ਸੋਚਿਆ ਸਿਮਰਨ ਕਰਦੇ ਹੋਵੋਗੇ, ਬਾਣੀ ਪੜ੍ਹਦੇ ਹੋਵੋਗੇ, ਭਗਤੀ ਕਰ, ਪਰ ਤੁਸੀਂ ਤੇ ਅਰਦਾਸ ਹੀ ਕਰੀ ਗਏ ਬਾਬਾ ਜੀ ਇੰਨਾ ਚਿਰ। 20-20 ਮਿੰਟ ਅਰਦਾਸ, 20-20 ਮਿੰਟ ਮੱਥਾ ਟੇਕਦੇ ਹੋ, ਇੱਕ-ਇੱਕ ਡੇਢ-ਡੇਢ ਘੰਟਾ ਅਰਦਾਸ ਵਿੱਚ ਹੀ ਲੰਘ ਗਿਆ, ਕਿਉਂ? ਤੇ ਬਾਬਾ ਜੀ ਨੇ ਜਵਾਬ ਦਿੱਤਾ, ਕਹਿੰਦੇ ਪਤਾ ਕਿਉਂ? ਅਸੀਂ ਗੁਰੂ ਨਾਨਕ ਦੇ ਘਰ ਦੇ ਕਰਿੰਦੇ ਹਾਂ, ਅਸੀਂ ਸੰਤ ਨਹੀਂ, ਅਸੀਂ ਗੁਰੂ ਨਾਨਕ ਦੇ ਘਰ ਦੇ ਸੇਵਾਦਾਰ ਹਾਂ। ਭਾਈ ਸਾਰਾ ਦਿਨ ਦੁਨੀਆ ਵਿੱਚ ਵਿਚਰੀਦਾ ਤੇ ਹੱਥ ਜੋੜ ਕੇ ਸੰਗਤਾਂ ਕਈ ਵਾਰ ਨਮਸਕਾਰਾਂ ਕਰ ਜਾਂਦੀਆਂ ਨੇ, ਹੱਥ ਜੋੜ ਕੇ ਸੰਗਤ ਬਹੁਤ ਕੁਝ ਕਹਿੰਦੀ ਹੈ ਮਨ 'ਚ। ਰਾਤੀ ਸੌਣ ਤੋਂ ਪਹਿਲਾਂ ਸਭ ਕੁਝ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇ ਕੇ ਸੌਈਦਾ। ਹੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੁਸੀਂ ਜਾਣੋ ਤੇ ਤੁਹਾਡੀ ਸੰਗਤ ਜਾਣੇ, ਵਿੱਚ ਈਸ਼ਰ ਸਿੰਘ ਕੁਝ ਵੀ ਨਹੀਂ, ਆਪਣੇ ਆਪ ਨੂੰ ਕੱਢ ਲਈਦਾ। ਕਹਿੰਦੇ ਅਸੀਂ ਕਰਿੰਦੇ ਬਣ ਕੇ ਕੰਮ ਕਰਨੇ, ਲੋਕਾਂ ਪਾਉਂਦੇ ਬਹੁਤ ਕੁਝ ਨਜ਼ਰ ਆਉਂਦਾ, ਅਸੀਂ ਗੁਰੂ ਨਾਨਕ ਦੇ ਘਰ ਦੇ ਕਰਿੰਦੇ ਆ। ਰਾਤੀ ਸੌਣ ਤੋਂ ਪਹਿਲਾਂ 2 ਘੜੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਭ ਕੁਝ ਦੇ ਦੇਈਦਾ। ਦਾਤਾ ਇਹ ਜੀਓ ਵੀ ਤੇਰਾ, ਇਹ ਪਿੰਡ ਵੀ ਤੇਰਾ, ਇਹ ਸੰਗਤ ਮਹਾਰਾਜ ਤੇਰੀ ਹੈ, ਤੁਸੀਂ ਜਾਣੋ ਤੇ ਤੁਹਾਡੀ ਸੰਗਤ ਜਾਣੇ, ਵਿੱਚ ਮੈਂ ਕੁਝ ਵੀ ਨਹੀਂ। ਆਪਣੇ ਆਪ ਨੂੰ ਕੱਢ ਲੈਂਦੇ, ਇਹਨੂੰ ਕਹਿੰਦੇ ਨੇ ਸੰਤ, ਜਿਹੜਾ ਆਪਣੇ ਆਪ ਨੂੰ ਵਿੱਚੋਂ ਕੱਢ ਲੈ। ਆ ਛੋਟੀ ਜਿਹੀ ਗੱਲ ਹੁਣ ਤੁਹਾਡੇ ਕੰਮ ਆਏਗੀ। ਮੈਂ ਪਿਛਲੇ ਤੋਂ ਪਿਛਲੇ ਸਾਲ ਵੀ ਕਹੀ ਸੀ, ਜਿਹੜੇ ਪੈਸੇ ਜੇਬ ਵਿੱਚ ਰੱਖ ਲਓ ਨਾ ਉਹ ਖਰਚ ਹੋ ਜਾਂਦੇ ਨੇ, ਚੱਲ ਹੀ ਜਾਂਦੇ ਨੇ। 10,000 ਭਾਵੇਂ ਜੇਬ 'ਚ ਪਾ ਲਓ, 20,000 ਪਾ ਲਓ, ਉਹ 25-27 ਦਿਨ ਹੀ ਮੁੱਕ ਜਾਣੇ। ਜੇਬ ਵਿੱਚ ਰੱਖੇ, ਪਰਸ 'ਚ ਰੱਖੇ ਪੈਸੇ, ਜਿਹੜੇ ਪੈਸੇ ਤੁਸੀਂ ਥੋੜੇ ਬਹੁਤੇ ਚੁੱਕ ਕੇ ਬੈਂਕ 'ਚ ਫਿਕਸ ਕਰਾ ਦਿੰਦੇ ਹੋ ਨਾ, ਉਹ ਪੈਸੇ ਜਿੱਦਣ ਤੋਂ ਫਿਕਸ ਕਰਾਏ ਉਦਣ ਤੋਂ ਵਿਆਜ ਲੱਗਣਾ ਸ਼ੁਰੂ ਹੋ ਜਾਂਦਾ ਹੈ। ਜੇਬ ਵਿੱਚ ਰੱਖੇ ਪੈਸਿਆਂ ਤੇ ਵਿਆਜ ਨਹੀਂ ਜੇ ਮਿਲਦਾ, ਬੈਂਕ ਵਿੱਚ ਜਮ੍ਹਾਂ ਕੀਤੇ ਪੈਸਿਆਂ ਤੇ 2-4% ਵਿਆਜ ਮਿਲਣ ਲੱਗ ਪੈਂਦਾ। ਉਹ ਪੈਸੇ ਵਧਣ ਲੱਗ ਪੈਂਦੇ ਨੇ, ਜਿਵੇਂ ਜਿਵੇਂ ਸਾਲ ਬਤੀਤ ਹੁੰਦੇ ਨੇ ਉਹ ਪੈਸੇ ਵੱਧਦੇ ਨੇ। ਸਾਧ ਸੰਗਤ ਇੱਦਾਂ ਯਾਦ ਰੱਖਿਓ, ਸੰਤ ਕੋਲ ਇਹ ਨਿਯਮ ਰਹਿੰਦਾ, ਸਾਡੇ ਕੋਲ ਨਹੀਂ। ਆਪਾਂ ਵਡਿਆਈਆਂ ਲੈ ਕੇ ਫੁੱਲ ਜਾਈਦਾ, ਆਪਾਂ ਵਡਿਆਈਆਂ ਲੈ ਕੇ ਹੰਕਾਰੀ ਹੋਈਦਾ। ਸਾਧੂ ਕੋਲ ਇਹ ਜੁਗਤ ਹੈ, ਉਹ ਦੁਨੀਆ ਦੀ ਵਡਿਆਈ ਲੈਂਦਾ, ਨਾਲ ਦੀ ਨਾਲ ਜਮ੍ਹਾਂ ਕਰਾ ਦਿੰਦਾ। ਵਡਿਆਈ ਮਿਲਦੀ ਹੈ, ਜਮ੍ਹਾਂ ਕਰਾ ਦਿੰਦਾ। ਵਡਿਆਈਆਂ ਲੋਕ ਦਿੰਦੇ ਨੇ, ਵਾਹ ਵਾਹ ਕਹਿੰਦੇ ਨੇ, ਵਾਹ ਵਾਹ ਵਡਿਆਈ ਗੁਰੂ ਨਾਨਕ ਨੂੰ ਜਮ੍ਹਾਂ ਕਰਾ ਦਿੰਦੇ ਨੇ, ਤੇ ਇੰਨੀ ਕੁ ਜਮ੍ਹਾਂ ਕਰਾ ਦਿੰਦੇ, ਫਿਰ ਜਮ੍ਹਾਂ ਵਡਿਆਈ ਨਾਲ ਵਿਆਜ ਲੱਗਣ ਲੱਗ ਪੈਂਦਾ। ਇੰਨੀ ਕੁ ਵਡਿਆਈ ਵੱਧਦੀ ਹੈ, ਉਹ ਵਡਿਆਈਆਂ ਵੱਧਦਿਆਂ ਵੱਧਦਿਆਂ ਇੱਕ ਦਿਨ ਐਸਾ ਆਉਂਦਾ ਜਿੱਦਣ ਸੰਤ ਸਰੀਰ ਕਰਕੇ ਚਲਿਆ ਜਾਂਦਾ, ਪਰ ਉਹਦੀਆਂ ਵਡਿਆਈਆਂ ਇੰਨੀਆਂ ਵੱਧ ਜਾਂਦੀਆਂ ਨੇ, ਸਦੀਆਂ ਤੱਕ ਲੋਕ ਵਰਸੀਆਂ ਮਨਾਉਂਦੇ ਰਹਿੰਦੇ ਨੇ। ਕਰੋੜਾਂ ਅਰਬਾਂ ਦੀ ਜਾਇਦਾਦ ਵਾਲੇ ਦੀ ਯਾਦ ਕਿਉਂ ਨਹੀਂ? ਸੰਤ ਦੀ ਵਡਿਆਈ ਕਿਉਂ? ਸਰੀਰ ਮਰਨ ਤੋਂ ਬਾਅਦ ਸਦੀ ਲੰਘ ਜਾਂਦੀ ਹੈ, ਵਡਿਆਈ ਹੁੰਦੀ ਹੈ, ਕਿਉਂ? ਉਹ ਵਡਿਆਈ ਗੁਰੂ ਨਾਨਕ ਕੋਲ ਜਮ੍ਹਾਂ ਕਰਾ ਦਿੱਤੀ। ਇਹੀ ਸੰਤ ਦੀ ਰਹਿਤ ਹੈ। ਸੰਤ ਕੀ ਰਹਿਤ ਸੁਣੋ ਮੇਰੇ ਭਾਈ, ਉਹਾਂ ਕੀ ਮਹਿਮਾ ਕਥਨ ਨਾ ਜਾਈ, ਵਰਤਣ ਜਾ ਕੇ ਕੇਵਲ ਨਾਮ, ਇੱਕੋ ਹੀ ਰਹਿਤ ਹੈ। ਇਹ ਸ਼ਬਦ ਸੰਤ ਆਪਣੇ ਜੀਵਨ ਵਿੱਚ ਹਿਰਦੇ ਤੋਂ ਧਾਰ ਲੈਂਦਾ। ਆਪਾਂ ਅਰਦਾਸ ਕਰਨ ਤੋਂ ਪਹਿਲਾਂ ਜ਼ਰੂਰ ਪੜ੍ਹੀਦਾ। ਵੈਸੇ ਹਰ ਗੁਰਸਿੱਖ ਦੀ ਇੰਡੀਵਿਜੂਅਲ ਅਰਦਾਸ ਚਾਹੀਦੀ ਹੈ। ਇਹ ਸਾਧੂ ਜਪਣ ਵਾਲਿਆਂ ਨੇ ਇਸ ਤਰ੍ਹਾਂ ਦਾ ਰਾਹ ਕੱਢਿਆ। ਸਿੱਖਾ ਆਪਣੇ ਗੁਰੂ ਅੱਗੇ ਕਹਿ ਦਿਆ ਕਰ, ਦਾਤਾ ਸਰੀਰ ਵੀ ਤੇਰਾ ਹੈ, ਵਿੱਚ ਜਿੰਦ ਵੀ ਤੇਰੀ ਹੈ। ਜੇ ਕੋਈ ਸੰਸਾਰ ਵਿੱਚ ਮਾਣ ਦਿੰਦਾ ਇਹ ਵੀ ਤੇਰਾ ਹੈ। ਕਿਤੇ ਮਾਣ ਅਹੰਕਾਰ ਵਡਿਆਈ ਕਰਕੇ ਰੁਕ ਨਾ ਜਾਈਏ। ਨਦੀਆਂ ਦੇ ਪਾਣੀ ਕਿਸੇ ਪੱਥਰ ਨਾਲ ਰੁਕ ਜਾਂਦੇ ਨੇ, ਸਾਗਰ ਕਿਸੇ ਪੱਥਰ ਨਾਲ ਰੁਕਦਾ ਨਹੀਂ। ਤੈਨੂੰ ਕੋਈ ਵਡਿਆਈ ਮਾਣ ਮਿਲੇ, ਸੱਜਣਾ ਰੁਕ ਨਾ ਜਾਈ। ਸਭ ਕੁਝ ਗੁਰੂ ਨਾਨਕ ਨੂੰ ਸੌਂਪ ਕੇ ਕਹੀਂ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗ ਗਏ ਮੇਰਾ। ਤੇ ਅਰਦਾਸ ਪਤਾ ਕੀ ਕਰਨੀ, ਆਓ ਆਪਾਂ ਕਰੀਏ ਸਾਰੇ। ਜਿਨ੍ਹਾਂ ਨੇ ਇਹ ਅਰਦਾਸ ਕਮਾਈ ਹੈ ਨਾ, ਆਪਾਂ ਤਾਂ ਕਰਨੀ ਹੈ, ਉਹਨਾਂ ਕਮਾ ਲਈ ਹੈ ਜੀਵਨ ਵਿੱਚ ਇਹ ਪੰਕਤੀ। ਅੱਜ ਉਹਨਾਂ ਦੀ ਯਾਦ ਵਿੱਚ ਹੀ ਬੈਠੇ ਹੋ ਜਿਨ੍ਹਾਂ ਨੇ ਕਮਾਈ ਕੀਤੀ ਹੈ। ਮਨ ਵਿੱਚ ਅਰਦਾਸ ਕਰਿਓ, ਹੇ ਗੁਰੂ ਗ੍ਰੰਥ ਸਾਹਿਬ ਮਹਾਰਾਜ,
ਉਹਨਾਂ ਦੇ ਭਾਏ ਪੂਰਨਿਆਂ ਤੇ ਕਿਣਕਾਂ ਮਾਤਰ ਅਸੀਂ ਚੱਲ ਸਕੀਏ, ਕਿਤੇ ਸਾਡੇ ਅੰਦਰੋਂ ਵੀ ਮਾਣ ਮਿਟ ਜਾਏ, ਇਹ ਜੀਵਨ ਜਨਮ ਸਫਲ ਹੋਵੇ। ਇਹ ਅਰਦਾਸ ਜ਼ਰੂਰ ਕਰਨੀ ਚਾਹੀਦੀ ਹੈ। ਮਿਲ ਕੇ ਕਿਉਂ ਹਰ ਸਿੱਖ ਨੂੰ ਕਹਿਣਾ ਚਾਹੀਦਾ ਹੈ ਕਿ ਗਿਆਨ ਧਿਆਨ ਕਿਛ ਕਰਮ ਨਾ ਜਾਣਾ। ਆਖੋ ਸਾਰੇ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ। ਜਿਨ ਕਲ ਰਾਖੀ ਤੁਧ ਆਗੇ ਅਰਦਾਸ ਹਮਾਰੀ। ਜੀਓ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ। ਕੋਈ ਨਾਉ ਨਾ ਜਾਣੇ, ਇੱਕ ਵਾਰ ਗੱਜ ਕੇ ਕਹੋ, ਕਹੋ ਨਾਨਕ ਸਭ ਤੇਰੀ ਵਡਿਆਈ। ਕੋਈ ਨਾਉ ਨ ਜਾਣੇ, ਕੋਈ ਨਾਉ ਨ ਜਾਣੇ ਮੇਰਾ। ਕਹੋ ਨਾਨਕ ਸਭ ਤੇਰੀ ਵਡਿਆਈ। ਕੋਈ ਨਾਉ ਨ ਜਾਣੇ ਮੇਰਾ, ਕਹੋ ਨਾਨਕ ਸਭ ਤੇਰੀ ਵਡਿਆਈ। ਕੋਈ ਨਾਉ ਨ ਜਾਣੇ, ਕਹੋ ਨਾਨਕ ਸਭ, ਕੋਈ ਨਾਉ ਨ ਜਾਣੇ ਮੇਰਾ। ਕਹੋ ਨਾਨਕ ਸਭ, ਕਹੋ ਨਾਨਕ ਸਭ ਤੇਰੀ ਵਡਿਆਈ। ਕਹੋ ਨਾਨਕ ਸਭ ਤੇਰੀ ਵਡਿਆਈ। ਕਹੋ ਨਾਨਕ ਸਭ, ਕੋਈ ਨਾਉ ਨ ਜਾਣੇ ਮੇਰਾ। ਕਹੋ ਨਾਨਕ ਸਭ ਤੇਰੀ ਵਡਿਆਈ। ਕੋਈ ਨਾਉ ਨ ਜਾਣੇ ਮੇਰਾ। ਕਹੋ ਨਾਨਕ ਸਭ ਤੇਰੀ ਵਡਿਆਈ। ਕੋਈ ਨਾਉ ਨ ਜਾਣੇ ਮੇਰਾ। ਕਹੋ ਨਾਨਕ ਸਭ ਤੇਰੀ ਵਡਿਆਈ। ਕੋਈ ਨਾਉ ਨ ਜਾਣੇ, ਕਹੋ ਨਾਨਕ ਸਭ ਤੇਰੀ ਵਡਿਆਈ। ਸਤਿਗੁਰੂ ਕਿਰਪਾ ਕਰਨ ਸਮੁੱਚੀ ਸਿੱਖ ਕੌਮ ਉੱਤੇ। ਸਤਿਗੁਰੂ ਜੀ ਤਰਸ ਕਿਰਪਾ ਕਰਕੇ ਸ਼ਰਧਾ ਪ੍ਰੇਮ ਭਾਵਨਾ ਬਖਸ਼ਿਸ਼ ਕਰਨ, ਕਿਉਂਕਿ ਹੁਣ ਨਾ ਤਾਂ ਪ੍ਰਚਾਰ ਦੀ ਕਮੀ ਹੈ, ਨਾ ਪ੍ਰਚਾਰਕਾਂ ਦੀ ਕਮੀ ਹੈ। ਸਾਧ ਸੰਗਤ ਪ੍ਰੇਮ ਦੀ ਕਮੀ ਹੈ। ਸਤਿਗੁਰੂ ਕਿਰਪਾ ਕਰਨ ਸਾਡੇ ਅੰਦਰ ਪ੍ਰੇਮ ਪੈਦਾ ਹੋਵੇ, ਸ਼ਰਧਾ ਪਿਆਰ ਪੈਦਾ ਹੋਵੇ। ਜਿਹੜੇ ਅਸੀਂ ਤਰਕ ਕਰੀ ਜਾਂਦੇ ਨਹੀਂ ਜੀ ਗੁਰੂ ਹੀ ਸੰਤ ਹੈ, ਗੁਰੂ ਵਾਸਤੇ ਸੰਤ ਸ਼ਬਦ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹੋ, ਗੁਰੂ ਸੰਤ ਨਹੀਂ ਹੈ। ਸ਼ਬਦ ਗੁਰੂ ਵਾਸਤੇ ਸੰਤ ਵਰਤਿਆ, ਭਾਗ ਹੋਆ ਗੁਰ ਸੰਤ ਮਿਲਾਇਆ। ਪਰ ਸਾਧ ਸੰਗਤ ਗੁਰੂ ਦੀ ਹਸਤੀ ਬਹੁਤ ਵੱਡੀ ਹੈ। ਗੁਰੂ ਤਾਂ ਇੱਕ ਦ੍ਰਿਸ਼ਟੀ ਕਿਸੇ ਸਰੀਰਧਾਰੀ ਤੇ ਪਾ ਦੇ, ਕਿਸੇ ਤੇ ਇੱਕੋ ਦ੍ਰਿਸ਼ਟੀ ਨਾਲ ਕੋਈ ਵੀ ਸਰੀਰਧਾਰੀ ਮਨੁੱਖ ਸੰਤ ਹੋ ਸਕਦਾ ਹੈ। ਇਹ ਗੁਰੂ ਵਿੱਚ ਇੰਨੀ ਵੱਡੀ ਪਾਵਰ ਹੈ। ਗੁਰੂ ਨੂੰ ਐਵੇਂ ਨਾ ਸਮਝੀਏ। ਪਾਤਸ਼ਾਹ ਨੇ ਕਿਹਾ ਪੂਰਾ ਗੁਰ, ਸ਼ਬਦ ਤੁਹਾਨੂੰ ਯਾਦ ਹੈ, ਪੂਰਾ ਗੁਰ ਅਖਿਓ ਜਾਗ ਕਾ ਮੰਤਰ। ਅੰਮ੍ਰਿਤ ਦ੍ਰਿਸ਼ਟ ਪਿੱਖੈ ਹੋਏ ਸੰਤ। ਗੁਰੂ ਇੱਕੋ ਹੀ ਅੰਮ੍ਰਿਤ ਦ੍ਰਿਸ਼ਟੀ ਪਾ ਦੇ, ਉਹਨੂੰ ਸੰਤ ਕਰ ਦਿੰਦਾ। ਸਤਿਗੁਰੂ ਕਿਰਪਾ ਕਰਨ ਸਾਡੇ ਅੰਦਰ ਭਾਵਨਾ ਪ੍ਰੇਮ ਜਗੇ। ਇਤਫਾਕ ਸਤਿਗੁਰੂ ਬਖਸ਼ਿਸ਼ ਕਰਨ। ਸਮੂਹ ਸੰਗਤਾਂ ਦਾ, ਗੁਰਮੁਖ ਪਿਆਰਿਆਂ ਦਾ ਧੰਨਵਾਦ, ਬਹੁਤ ਧੰਨਵਾਦ ਹੈ। ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਭੁਪਿੰਦਰ ਸਿੰਘ ਜੀ, ਬਾਬਾ ਜੀ ਦਾ ਬਹੁਤ ਪਿਆਰ ਕਰਦੇ। ਪਤਾ ਨਹੀਂ ਕਿਹੜੀ ਗੱਲੋਂ ਇਹਨਾਂ ਨੂੰ ਖੁਸ਼ੀ ਆਈ ਹੈ ਅਤੇ ਮੇਰੇ ਉੱਤੇ ਇੰਨਾ ਤਰਸ ਕਰਕੇ ਹਰੇਕ ਸਾਲ ਆਪ ਬੁਲਾ